ठीक है गर्ल्स, सो टुडे वील स्टार्ट विद द न्यू टॉपिक सिक्योरिटी प्राइवेसी एंड ट्रस्ट इन स्मार्ट सिटीज़। इन वन ऑफ द प्रीवियस ਲੈਕਚਰਸ ਆਪਾਂ ਡਿਸਕਸ ਕਰ ਰਹੇ ਸੀ ਕਿ ਪੰਜਾਬ ਵਿੱਚ ਸਮਾਰਟ ਸਿਟੀਜ਼ ਕਿਹੜੀਆਂ ਨੇ। ਇਫ ਯੂ ਰਿਮੈਂਬਰ, ਡੂ ਯੂ ਰਿਮੈਂਬਰ ਦੇयर वर 3 ਸਮਾਰਟ ਸਿਟੀਜ਼ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਮਤਲਬ ਕਿਹਾ ਗਿਆ ਹੈ ਕਿ ਆਪਾਂ ਇਹਨਾਂ ਸਿਟੀਜ਼ ਨੂੰ ਸਮਾਰਟ ਸਿਟੀਜ਼ ਵਿੱਚ ਡਿਵੈਲਪ ਕਰਾਂਗੇ। ਡੂ ਯੂ ਰਿਮੈਂਬਰ ਦੋਜ਼ 3 ਸਿਟੀਜ਼? हाँ जी बच्चे, डू यू रिमेंबर दोज 3 स्मार्ट सिटीज़ विच वर दोज? मैम जलंधर, अमृतसर एंड लुधियाना। हाँ, अमृतसर, जलंधर एंड लुधियाना नूं किया गया सी कि उन्होंने स्मार्ट सिटीज़ दे विच कन्वर्ट किया जाऊगा। हुण नैक्सट क्वेश्चन कम्स कि स्मार्ट सिटीज़ तो अपना मतलब की है कि वॉट आर स्मार्ट सिटीज़। तो फिर आप पहला आप समझांगे कि स्मार्ट सिटीज़ की होंदियां, उन्हां दे विच की हुंदा है खास आ नॉर्मल सिटीज़ नालों, जिवें अपनियां हुण सिटीज़ ने उन्हां नालों स्मार्ट सिटीज़ किद्दां वख होणगीआं। फिर जो आप डिस्कस करना है कि स्मार्ट सिटीज़ दे विच सिक्योरिटी, प्राइवेसी ते ट्रस्ट किद्दां इंश्योर कर सकते हैं तो क्यों करन दी ज़रूरत है। तो सब तो पहला आप फर्स्ट क्वेश्चन नूं आंसर करते हैं कि स्मार्ट सिटीज़ की होंदियां। कोई बच्चा दसना चाहूगा स्मार्ट सिटीज़ की होंदियां ने? कोई एनीबडी? एनीवन? ओके, वॉट आर स्मार्ट सिटीज़। हुण अपनियां जिहड़ियां नॉर्मल सिटीज़ है फिलहाल जिवें कि जलंधर, इहदे विच मोस्टली काम किद्दां हुंदे पे ने मैनुअल, भावें वो ट्रांसपोर्टेशन है, भावें कोई गवर्नमेंट दियां सर्विसिज है, जिवें तुसीं सुविधा सेंटर ते जाके अपना इनकम एफीडेविट बनाउणा है या कुछ होर इदां दा बनाउणा है, वो सब कुछ की हो रहा है ऑफलाइन। जे ट्रैफिक लाइट्स है वो मैनुअली कंट्रोल हुंदियां पईआं, जो तुहाडे हैल्थ हॉस्पिटल्स ने ਉਹਦੇ ਵਿੱਚ ਮੈਨੂਅਲ ਕੰਮ ਹੁੰਦਾ ਪਿਆ ਕਿ ਪੇਸ਼ੈਂਟਸ ਡਾਕਟਰਸ ਦੇ ਕੋਲ ਜਾਂਦੇ ਨੇ। ਫਿਰ ਜੇ ਆਪਾਂ ਦੇਖੀਏ ਕਿ ਆਪਣਾ ਹੈਲਥ ਕੇਅਰ ਸਿਸਟਮ ਇੱਦਾਂ ਹੋ ਗਿਆ, ਆਪਣੀਆਂ ਜਿਹੜੀਆਂ ਲਾਈਟਸ ਨੇ, ਟਿਊਬ ਲਾਈਟਸ ਨੇ, ਉਹ ਵੀ ਫਿਲਹਾਲ ਕੀ ਚੱਲਦੀਆਂ ਪਈਆਂ ਨੇ, ਮੈਨੂਅਲ ਹੈ ਕਿ ਕੋਈ ਇੱਕ ਪਰਸਨ ਡੈਜ਼ੀਗਨੇਟਡ ਹੁੰਦਾ ਕਿ ਉਹ ਆਊਗਾ ਅਤੇ ਆਪਣੀਆਂ ਲਾਈਟਸ ਨੂੰ ਔਨ ਕਰੂਗਾ ਅਤੇ ਫਿਰ ਲਾਈਟਸ ਔਨ ਹੋਣਗੀਆਂ। ਹੁਣ ਜੇ ਆਪਾਂ ਸਮਾਰਟ ਸਿਟੀ ਦੀ ਗੱਲ ਕਰੀਏ ਤਾਂ ਸਮਾਰਟ ਸਿਟੀ ਦੇ ਵਿੱਚ ਕੀ ਇਨਵਿਜ਼ਨ ਕੀਤਾ ਜਾ ਰਿਹਾ ਕਿ ਕੀ ਹੋਊਗਾ। ਸਮਾਰਟ ਸਿਟੀਜ਼ ਦੇ ਵਿੱਚ ਸਿਟੀਜ਼ਨ ਜਿਹੜੇ ਸਿਟੀ ਦੇ ਵਿੱਚ ਰਹਿੰਦੇ ਪਏ ਨੇ ਉਹਨਾਂ ਦੀ ਲਾਈਫ ਨੂੰ ਸੌਖਾ ਕਰਨ ਵਾਸਤੇ ਚੀਜ਼ਾਂ ਨੂੰ ਇੰਟੈਲੀਜੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਵੱਖ-ਵੱਖ ਸਫੀਅਰਸ ਦੇ ਵਿੱਚ। ਵੱਖ-ਵੱਖ ਸਫੀਅਰਸ ਤੋਂ ਕੀ ਮਤਲਬ ਹੈ, ਫੋਰ ਐਗਜ਼ਾਮਪਲ ਤੁਹਾਡੀ ਗਵਰਨਮੈਂਟ ਕੀ ਹੋ ਸਕਦੀ ਹੈ, ਸਮਾਰਟ ਗਵਰਨਮੈਂਟ ਹੋ ਸਕਦੀ ਹੈ। ਸਮਾਰਟ ਗਵਰਨਮੈਂਟ ਕੀ ਕਰੂਗੀ ਕਿ ਜਿਹੜੀਆਂ ਜਿਵੇਂ ਤੁਹਾਡੀਆਂ ਸਰਵਿਸਿਜ਼ ਹੈ ਜਿਹੜੀਆਂ ਤੁਸੀਂ ਸੁਵਿਧਾ ਸੈਂਟਰ ਤੋਂ ਅਵੇਲ ਕਰਦੇ ਹੋ, ਫੋਰ ਐਗਜ਼ਾਮਪਲ ਆਪਣਾ ਤੁਸੀਂ ਐਫੀਡੇਵਿਟ ਇਨਕਮ ਬਣਾਉਣਾ ਹੈ, ਆਪਣਾ ਸ਼ਡਿਊਲ ਕਾਸਟ ਸਰਟੀਫਿਕੇਟ ਬਣਾਉਣਾ, ਆਪਣਾ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ, ਇਹਦੇ ਲਈ ਤੁਹਾਨੂੰ ਜੇ ਜਾਣਾ ਪੈ ਰਿਹਾ ਹੈ ਤਾਂ ਤੁਹਾਡੇ ਸਮਾਰਟ ਸਿਟੀ ਦੇ ਵਿੱਚ ਕੀ ਹੋਊਗਾ, ਤੁਹਾਨੂੰ ਉੱਥੇ ਜਾਣਾ ਨਹੀਂ ਪਊਗਾ। ਤੁਸੀਂ ਆਪਣੀ ਔਨਲਾਈਨ ਉਹ ਸਰਵਿਸਿਜ਼ ਨੂੰ ਕੀ ਕਰ ਸਕਦੇ ਹੋ, ਅਸੈਸ ਕਰ ਸਕਦੇ ਹੋ। ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ ਅਤੇ ਜਦ ਤੁਹਾਡਾ ਡਾਕੂਮੈਂਟ ਬਣ ਗਿਆ ਤਾਂ ਉਹ ਤੁਹਾਡੇ ਕੋਲ ਈਮੇਲ ਜਾਂ ਕਿਸੇ ਤਰੀਕੇ ਨਾਲ ਆ ਜਾਊਗਾ। ਇਸੇ ਤਰ੍ਹਾਂ ਸਮਾਰਟ ਸਿਟੀ ਦੇ ਵਿੱਚ ਸਮਾਰਟ ਹੈਲਥ ਕੇਅਰ ਹੋ ਸਕਦਾ। ਹੈਲਥ ਕੇਅਰ ਕੀ ਵਿੱਚ ਕੀ ਹੋਊਗਾ ਕਿ ਪੇਸ਼ੈਂਟ ਨੂੰ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈਗੀ। ਪੇਸ਼ੈਂਟ ਦੇ ਉੱਤੇ ਇੱਦਾਂ ਦੇ ਸਮਾਰਟ IoT ਡਿਵਾਈਸਿਸ ਲੱਗੇ ਹੋਣਗੇ ਕਿ ਉਹ ਡਿਵਾਈਸਿਸ ਆਟੋਮੈਟਿਕਲੀ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ, ਉਹਦੀ ਬਲੱਡ ਸ਼ੂਗਰ, ਉਹਦੀ ਪਲਸ ਮੈਜਰ ਕਰਕੇ ਡਾਕਟਰ ਨੂੰ ਦੱਸੀ ਜਾਊਗਾ ਅਤੇ ਜਦ ਡਾਕਟਰ ਨੂੰ ਲੱਗੂਗਾ ਉਹ IoT ਡਿਵਾਈਸ ਉਹ ਇਨਫੋਰਮੇਸ਼ਨ ਕਨਵੇ ਕਰੂਗਾ ਡਾਕਟਰ ਦੇ ਮੇਬੀ ਸੈੱਲ ਫੋਨ 'ਤੇ ਜਾਂ ਕੋਈ ਡਿਵਾਈਸ 'ਤੇ ਥਰੂ ਦੀ ਇੰਟਰਨੈਟ। ਅਤੇ ਜੇ ਡਾਕਟਰ ਨੂੰ ਇੱਦਾਂ ਲੱਗੂਗਾ ਕਿ ਹਾਂ ਇਹ ਪ੍ਰੋਬਲਮ ਆ ਰਹੀ ਹੈ ਤਾਂ ਉਹ ਪੇਸ਼ੈਂਟ ਨੂੰ ਆਟੋਮੈਟਿਕ ਸਿਸਟਮ ਦੇ ਥਰੂ ਹੀ ਕੀ ਕਰ ਸਕਦਾ, ਮੈਡੀਸਨ ਐਡਮਿਨਿਸਟਰ ਕਰ ਸਕਦਾ। ਜਾਂ ਹੋਰ ਸਮਾਰਟ ਸਰਵਿਸਿਜ਼ ਕੀ ਹੋ ਸਕਦੀਆਂ, ਤੁਹਾਡੀਆਂ ਟਰਾਂਸਪੋਰਟੇਸ਼ਨ ਸਰਵਿਸਿਜ਼ ਕਿ ਆਪਾਂ ਜਿਵੇਂ ਕਿਸੇ ਜਗ੍ਹਾ ਜਾਂਦੇ ਆਪਾਂ ਉੱਥੇ ਪਾਰਕਿੰਗ ਲੱਭਣ ਦੀ ਕੋਸ਼ਿਸ਼ ਕਰਦੇ ਆਪਣਾ ਵਹੀਕਲ ਪਾਰਕ ਕਰਨ ਦੀ। ਜੇ ਆਪਣੀ ਸਿਟੀ ਸਮਾਰਟ ਸਿਟੀ ਡਿਵੈਲਪ ਹੁੰਦੀ ਹੈ ਤਾਂ ਉਹਦੇ ਵਿੱਚ ਸਮਾਰਟ ਕਾਰ ਪਾਰਕਿੰਗ ਹੋਊਗੀ ਕਿ ਤੁਹਾਡੇ ਕੋਲ ਇੱਕ ਮੋਬਾਈਲ 'ਤੇ ਐਪਲੀਕੇਸ਼ਨ ਹੋਊਗੀ ਜਿੱਤੇ ਤੁਸੀਂ ਦੇਖ ਸਕਦੇ ਹੋ ਕਿ ਉਸ ਜਗ੍ਹਾ ਦੇ ਵਿੱਚ ਫਿਲਹਾਲ ਪਾਰਕਿੰਗ ਅਵੇਲੇਬਲ ਹੈ ਕਿ ਨਹੀਂ। ਮਤਲਬ ਔਨਲਾਈਨ ਫੋਨ 'ਤੇ ਹੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਪਾਰਕਿੰਗ ਅਵੇਲੇਬਲ ਹੈ ਕਿ ਨਹੀਂ। ਜੇ ਨਹੀਂ ਅਵੇਲੇਬਲ ਤੁਸੀਂ ਉੱਥੇ ਨਹੀਂ ਜਾਓਗੇ, ਜੇ ਅਵੇਲੇਬਲ ਹੈ ਤੁਸੀਂ ਆਪਣੀਆਂ ਉੱਥੇ ਵਹੀਕਲ ਪਾਰਕ ਕਰ ਸਕਦੇ ਹੋ। ਤੁਹਾਡੀਆਂ ਸਮਾਰਟ ਟ੍ਰੈਫਿਕ ਲਾਈਟਸ ਹੋ ਸਕਦੀਆਂ ਨੇ ਕਿ ਜੇ ਕਿਸੇ ਜਗ੍ਹਾ ਬਹੁਤ ਜ਼ਿਆਦਾ ਰਸ਼ ਹੈ ਤਾਂ ਟ੍ਰੈਫਿਕ ਲਾਈਟਸ ਮੈਸੇਜ ਇੱਕ ਮੋਬਾਈਲ ਐਪਲੀਕੇਸ਼ਨ 'ਤੇ ਭੇਜਣਗੀਆਂ ਕਿ ਇੱਥੇ ਰਸ਼ ਹੈ ਤਾਂ ਹੁਣ ਜਿਹੜੀ ਟ੍ਰੈਫਿਕ ਹੈ ਦੂਜੇ ਪਾਸੇ ਨੂੰ ਡਾਇਵਰਟ ਕਰ ਦਿੱਤੀ ਜਾਵੇ। ਇਸ ਤਰ੍ਹਾਂ ਜਿਹੜੇ ਆਪਰੇਸ਼ਨਸ ਹੁਣ ਆਪਣੀ ਸਿਟੀ ਦੇ ਵਿੱਚ ਮੈਨੂਅਲੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਦ ਆਪਾਂ ਇੱਕ ਸਮਾਰਟ ਸਿਟੀ ਕਿਸੇ ਸਿਟੀ ਨੂੰ ਡਿਵੈਲਪ ਕਰਾਂਗੇ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਇਹ ਸਰਵਿਸਿਜ਼ ਨੇ ਉਹਨਾਂ ਨੂੰ ਇੰਟੈਲੀਜੈਂਟ ਬਣਾਇਆ ਜਾ ਸਕੇ, ਯੂਜ਼ਰਸ ਦੀ
for the help of the users, for the help of the citizens, ਤਾਂ ਕਿ citizens ਦੀ ਲਾਈਫ ਇੰਪਰੂਵ ਹੋ ਸਕੇ, ਸੌਖੀ ਹੋ ਸਕੇ, ਉਹਨਾਂ ਨੂੰ ਆਨਲਾਈਨ ਹੀ ਇਨਫੋਰਮੇਸ਼ਨ ਮਿਲਦੀ ਰਵੇ ਵੱਖ-ਵੱਖ ਸਰਵਿਸਿਜ਼ ਦੇ ਰਿਲੇਟਡ। ਤਾਂ ਪੰਜਾਬ ਦੇ ਵਿੱਚ 3 ਸਿਟੀਜ਼ ਨੂੰ ਸਮਾਰਟ ਸਿਟੀਜ਼ ਬਣਾਉਣ ਲਈ ਟੈਗ ਕੀਤਾ ਗਿਆ ਹੈ, ਵਿੱਚ ਆ ਲੁਧਿਆਣਾ, ਯੋਰ ਅੰਮ੍ਰਿਤਸਰ ਐਂਡ ਜਲੰਧਰ, ਕਿ ਇਹਨਾਂ 3 ਸਿਟੀਜ਼ ਦੇ ਵਿੱਚ ਇੱਦਾਂ ਦੀਆਂ ਸਰਵਿਸਿਜ਼ ਡਿਵੈਲਪ ਕੀਤੀਆਂ ਜਾਣਗੀਆਂ, ਆਟੋਮੇਟ ਕੀਤੀਆਂ ਜਾਣਗੀਆਂ, ਜੋ ਸਿਟੀਜ਼ਨਸ ਦੀ ਲਾਈਫ ਨੂੰ ਮੋਰ ਬੈਟਰ ਐਂਡ ਮੱਚ ਬੈਟਰ ਐਂਡ ਈਜ਼ੀ ਬਣਾਉਣ ਦੀ ਕੋਸ਼ਿਸ਼ ਕਰਨ ਇਨ ਵੱਖ-ਵੱਖ ਟਰਮਸ। ਠੀਕ ਹੈ, ਮੈਨੂਅਲ ਜਿੰਨੀਆਂ ਸਰਵਿਸਿਜ਼ ਹੋ ਰਹੀਆਂ ਨੇ ਉਹਨਾਂ ਨੂੰ ਆਟੋਮੇਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਇਜ਼ ਦਿਸ ਕਲੀਅਰ ਕਿ ਮਤਲਬ ਬ੍ਰੌਡਲੀ ਸਮਾਰਟ ਸਿਟੀਜ਼ ਦੇ ਵਿੱਚ ਕੀ ਕੀ ਆਊਗਾ ਗਰਲਸ? ਬੱਚੇ ਕਲੀਅਰ? ਠੀਕ ਹੈ, ਹੁਣ ਨੈਕਸਟ ਆਉਂਦਾ ਹੈ ਕਿ ਆਪਾਂ ਇਹ ਡਿਸਕਸ ਕਰ ਲਿਆ, ਤੁਸੀਂ ਨਾਲ ਬੱਚੇ ਆਪਣੇ ਨੋਟਸ ਖੋਲ ਲਓ, ਜਿਹੜੇ ਹੁਣੇ ਮੈਂ ਤੁਹਾਨੂੰ ਇੱਕ PDF ਭੇਜੀ ਸੀ ਨਾ ਸਿਕਿਉਰਿਟੀ, ਪ੍ਰਾਈਵੇਸੀ ਐਂਡ ਟਰਸਟ ਵਾਲੀ, ਉਹ PDF ਨਾਲ ਖੋਲੋ। ਹੁਣ ਮੈਂ ਤੁਹਾਨੂੰ ਫਰਸਟ ਪੁਆਇੰਟ ਉਹਦਾ ਐਕਸਪਲੇਨ ਕੀਤਾ, ਸਭ ਕੋਲ ਹੈਗੀ ਹੈ ਉਹ PDF ਜਿਹੜੀ ਮੈਂ ਸ਼ੇਅਰ ਕੀਤੀ ਸੀਗੀ? ਗਰਲਸ ਡੂ ਯੂ ਹੈਵ ਦੈਟ PDF? ਮੁਸਕਾਨ ਨੇ ਸ਼ੇਅਰ ਕੀਤੀ ਹੋਊਗੀ ਹੁਣੇ ਅੱਜ ਸਵੇਰੇ ਇੱਕ। Yes, ma'am. ਉਹ ਸਾਰੇ ਜਾਣੇ ਉਹ ਸਾਰੇ ਬੱਚੇ ਖੋਲ ਲਓ ਉਸ PDF ਨੂੰ। ਹਾਂ, ਫਸਟ ਈਅਰ ਦੀ ਵੀ ਕਲਾਸ ਲੈਣੀ ਹਲੇ ਤੋਂ ਬਾਅਦ। ਹਾਂ ਤੁਸੀਂ ਠੀਕ ਨਹੀਂ ਹੈ, ਤੁਸੀਂ ਜਾਓਗੇ ਕਿੱਦਾਂ? ਪਾਪਾ ਲੈਣ ਆਉਂਦੇ ਪਏ। ਅੱਛਾ ਠੀਕ ਹੈ, ਚਲੀ ਜਾਵਾਂ। ਹਾਂ ਮੈਂ ਇੱਥੇ ਹੀ ਹਾਂ, ਇੱਥੇ ਹੀ ਨੇ। ਮੈਂ ਇੱਥੇ ਹੀ ਹਾਂ, ਜੇ ਕੁਛ ਹੋਈ ਮੈਂ ਦੇਖ ਲਓ। ਹਲੇ ਤਾਂ ਮੈਂ ਫਸਟ ਈਅਰ ਦੀ ਵੀ ਕਲਾਸ ਲੈਣੀ ਇਸ ਤੋਂ ਬਾਅਦ 12:30। ਹਾਂ ਮੰਮਾ ਨਾ ਅੱਜ ਠੀਕ ਤੁਸੀਂ ਨਹੀਂ ਹੈ, ਚਲੇ ਬਿਲਕੁਲ, ਜਾਓ। ਤਾਂ ਫਿਰ ਪਾਪਾ ਨੇ ਨਾ ਰੋਟੀ ਖਾਣੀ ਹੈ। ਤੁਸੀਂ ਹਾਂ ਤੁਸੀਂ ਚੱਲ ਜਾਓ, ਜੇ ਕੁਛ ਹੋਇਆ ਮੈਂ ਮੈਨੇਜ ਕਰ ਲਓ। ਹਾਂ ਮੈਂ ਕਲਾਸ ਪੌਜ਼ ਕਰਕੇ ਹਾਂ ਵਿੱਚ ਲੈ ਲਓ। ਬੱਚੇ ਖੋਲ ਲਈ ਉਹ ਵਾਲੀ PDF ਤੁਸੀਂ? Girls, have you opened? Yes, ma'am. ठीक है, डन। ਤਾਂ ਫਰਸਟ ਪੁਆਇੰਟ ਵਿੱਚ ਆਪਾਂ ਅੰਡਰਸਟੈਂਡ ਕੀਤਾ ਕਿ ਵਾਟ ਆਰ ਸਮਾਰਟ ਸਿਟੀ। ਸਮਾਰਟ ਸਿਟੀਜ਼ ਕੀ ਨੇ? ਉਹ ਸਿਟੀਜ਼ ਜਿਹੜੀਆਂ ਜਿਨ੍ਹਾਂ ਦਾ ਆਬਜੈਕਟਿਵ ਹੈ ਸਿਟੀਜ਼ਨਸ ਨੂੰ ਬੈਨੀਫਿਟ ਕਰਨਾ ਬਾਈ ਪੁਟਿੰਗ ਇੰਟੈਲੀਜੈਂਟ ਇਨਟੂ ਵੇਰੀਅਸ ਐਪਲੀਕੇਸ਼ਨਸ। ਠੀਕ ਹੈ, ਤਾਂ ਹੁਣ ਜਦ ਆਪਾਂ ਬੱਚੇ ਸਮਾਰਟ ਸਿਟੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਨਾ, ਤਾਂ ਦੇਖੋ ਸੈਕਿੰਡ ਪੁਆਇੰਟ ਵਿੱਚ ਬਾਕਸਿਸ ਵਿੱਚ ਮੈਂ ਲਿਖਿਆ ਕਿ ਇੰਟਰਨੈਟ ਆਫ ਥਿੰਗਸ ਸਮਾਰਟ ਸਿਟੀ ਦੇ ਵਿੱਚ ਕਿੱਥੇ ਕਿੱਥੇ ਰੋਲ ਪਲੇ ਕਰੂਗਾ। ਕਿੰਨੇ ਬਾਕਸਿਸ ਬਣਾਏ ਨੇ ਮੈਂ? 5 different boxes which are needed to be understood ਕਿ ਇੱਕ ਸਮਾਰਟ ਸਿਟੀ ਦੇ ਵਿੱਚ ਇਹਨਾਂ 5 ਸਫੀਅਰਸ ਦੇ ਵਿੱਚ ਇੰਟਰਨੈਟ ਆਫ ਥਿੰਗਸ ਰੋਲ ਪਲੇ ਕਰੂਗੀ। ਸਭ ਤੋਂ ਪਹਿਲਾਂ ਜਿਹੜਾ ਮੈਂ ਪੁਆਇੰਟ ਲਿਖਿਆ ਹੈ ਉਹ ਹੈ ਸਮਾਰਟ ਗਵਰਨਮੈਂਟ ਦਾ। ਜਦ ਸਮਾਰਟ ਗਵਰਨਮੈਂਟ ਦੀ ਗੱਲ ਕਰ ਰਹੇ ਹਾਂ, ਜਿਵੇਂ ਆਪਾਂ ਡਿਸਕਸ ਕੀਤਾ ਕਿ ਉਹਦੇ ਵਿੱਚ ਗਵਰਨਮੈਂਟ ਆਊਗੀ। ਗਵਰਨਮੈਂਟ ਦਾ ਮਤਲਬ ਕਿ ਇਲੈਕਟ੍ਰੋਨਿਕ ਗਵਰਨਮੈਂਟ ਸਰਵਿਸਿਜ਼। ਫॉर एग्जांपल ਐਜ਼ ਵੀ ਡਿਸਕਸਡ ਕਿ ਤੁਹਾਡਾ ਲਾਇਸੈਂਸ ਆਨਲਾਈਨ ਬਣ ਸਕਦਾ ਹੈ, ਤੁਹਾਡਾ ਕਾਸਟ ਸਰਟੀਫਿਕੇਟ ਆਨਲਾਈਨ ਬਣ ਸਕਦਾ ਹੈ, ਜੋ ਵੀ ਤੁਸੀਂ ਜਾ ਕੇ ਤੁਹਾਡਾ ਮੈਰਿਜ ਸਰਟੀਫਿਕੇਟ ਆਨਲਾਈਨ ਬਣ ਸਕਦਾ ਹੈ, ਕਿ ਸਰਵਿਸਿਜ਼ ਤੁਹਾਨੂੰ ਆਨਲਾਈਨ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਸੈਕਿੰਡ ਕਿ ਜੋ ਵੀ ਡਿਸੀਜਨ ਮੇਕਿੰਗ ਹੋਊਗੀ ਸਿਟੀ ਦੇ ਵਿੱਚ, ਫॉर एग्जांपल ਕਿ ਕਿਹੜੀ ਜਗ੍ਹਾ ਅਸੀਂ ਰੋਡ ਨੂੰ ਦੁਬਾਰਾ ਕੰਸਟਰਕਟ ਕਰੀਏ, ਕਿਹੜੀ ਜਗ੍ਹਾ ਅਸੀਂ ਟ੍ਰੈਫਿਕ ਲਾਈਟਸ ਇੰਸਟਾਲ ਕਰੀਏ, ਉਹ ਕੱਲੀ ਸਿਰਫ ਜਿਹੜੇ ਇੱਥੇ ਦੇ ਮਿਊਨਿਸਪਲ ਕਾਰਪੋਰੇਸ਼ਨ ਜਾਂ ਜਿਹੜੇ ਆਫਿਸਰਸ ਹੈ ਉਹਨਾਂ ਦੀ ਡਿਸਕ੍ਰਿਸ਼ਨ ਨਹੀਂ ਹੋਊਗੀ, ਬਟ ਆਨਲਾਈਨ ਫॉर एग्जांपल ਇੰਟਰਨੈਟ ਆਫ ਥਿੰਗਸ ਦੇ ਥਰੂ ਸਭ ਦੇ ਮੋਬਾਈਲ ਐਪਸ ਤੇ ਅਸੀਂ ਇੱਦਾਂ ਦਾ ਇੱਕ ਸੌਫਟਵੇਅਰ ਡਿਵੈਲਪ ਕਰ ਲਿਆ ਕਿ ਤੁਹਾਡੇ ਸਭ ਦੇ ਮੋਬਾਈਲ ਐਪਸ ਤੇ ਉਹ ਸੌਫਟਵੇਅਰ ਐਪ ਡਾਊਨਲੋਡ ਕਰਤਾ, ਜਿਹੜਾ ਕਿ ਹੈ ਸਮਾਰਟ ਗਵਰਨਮੈਂਟ ਕਰਕੇ ਉਹਦਾ ਨਾਮ ਹੈ। ਉਹਦੇ ਵਿੱਚ ਹੁਣ ਤੁਸੀਂ ਡੇਲੀ ਬੇਸਿਸ ਤੇ ਆਪਣਾ ਪਾ ਸਕਦੇ ਹੋ, ਕੁਝ ਵੀ ਟੈਕਸਟ ਕਰ ਸਕਦੇ ਹੋ ਕਿ ਇਸ ਜਗ੍ਹਾ ਮੈਨੂੰ ਬਹੁਤ ਜ਼ਿਆਦਾ ਕੂੜਾ ਨਜ਼ਰ ਆ ਰਿਹਾ ਜਾਂ ਇੱਥੋਂ ਸਾਡੀ ਸੜਕ ਖਰਾਬ ਹੈ, ਤਾਂ ਉਹ ਮੈਸੇजेस ਇੰਟਰਨੈਟ ਆਫ ਥਿੰਗਸ ਦੇ ਥਰੂ ਗਵਰਨਮੈਂਟ ਕੋਲ ਪਹੁੰਚੀ ਜਾਣਗੇ। ਜੋ ਤੁਹਾਡੀ ਸਿਟੀ ਦੀ ਹੈਗੀ ਹੈ ਗਵਰਨਮੈਂਟ, ਤਾਂ ਉਹ ਕੋਰਸਪੋਂਡਿੰਗ ਡਿਸੀਜਨ ਲੈ ਸਕਦੀ ਹੈ ਕਿ ਹਾਂ ਬਹੁਤ ਸਾਰੇ ਸਿਟੀਜ਼ਨਸ ਕਹਿ ਰਹੇ ਨੇ ਕਿ ਇੱਥੇ ਸਾਨੂੰ ਇਸ ਐਸਪੈਕਟ ਦੇ ਵਿੱਚ ਪ੍ਰੋਬਲਮ ਆਉਂਦੀ ਪਈ ਹੈ ਤੇ ਇਹਦੇ ਲਈ ਅਸੀਂ ਕੁਝ ਕਰਨਾ ਹੈਗਾ। ਤਾਂ ਹੁਣ ਸਿਟੀਜ਼ਨਸ ਦੀ ਵੀ ਇਨਵੋਲਵਮੈਂਟ ਹੋ ਜੂਗੀ। ਫॉर एग्जांपल ਹੁਣ ਤਾਂ ਆਪਾਂ ਨੂੰ ਕਦੀ ਕਦਾਰ ਹੁੰਦਾ ਕਿ ਕੋਈ ਰਿਪਰੈਜ਼ੈਂਟੇਟਿਵ ਆਪਣੀ ਸਿਟੀ ਦਾ ਮਿਲਦਾ ਹੈ ਤਾਂ ਆਪਾਂ ਉਹਨੂੰ ਆਪਣੀ ਪ੍ਰੋਬਲਮਸ ਦੱਸਦੇ ਹਾਂ। ਜਦ ਇੱਕ ਸਮਾਰਟ ਸਿਟੀ ਦੀ ਗੱਲ ਕਰਾਂਗੇ, ਮੇਬੀ ਇੱਦਾਂ ਦਾ ਸਭ ਦੇ ਫੋਨ ਤੇ ਐਪ ਡਿਵੈਲਪ ਕਰਕੇ ਇੰਸਟਾਲ ਕਰਵਾ ਦਿੱਤਾ ਜਾਵੇ ਤੇ ਇੰਟਰਨੈਟ ਨੂੰ ਯੂਜ਼ ਕਰਕੇ ਆਪਾਂ ਡਿਸੀਜਨ ਮੇਕਿੰਗ ਵੀ ਸਿਟੀ ਦੇ ਵਿੱਚ ਰੋਲ ਪਲੇ ਕਰੀਏ ਕਿ ਇੰਨਾ ਜ਼ਿਆਦਾ ਆਪਾਂ ਕਮਿਊਨੀਕੇਟ ਕਰ ਸਕੀਏ, ਜਾਂ ਇੱਦਾਂ ਦੇ ਡਿਵਾਈਸਿਸ ਹੀ ਸਿਟੀ ਦੇ ਵਿੱਚ ਇੰਸਟਾਲ ਹੋ ਜਾਣ ਕਿ ਤੁਸੀਂ ਜੋ ਵੀ ਮੈਸੇਜ ਕਰ ਰਹੇ ਹੋ ਉਹ ਡਿਵਾਈਸ ਦੇ ਉੱਤੇ ਕਿਊਮੂਲੇਟ ਹੁੰਦਾ ਜਾ ਰਿਹਾ, ਫਿਰ ਫਾਈਨਲੀ ਇੱਕ ਸਿਟੀ ਦਾ ਬੰਦਾ ਉਹ ਮੈਸੇजेस ਨੂੰ ਦੇਖਦਾ ਤੇ ਕੋਰਸਪੋਂਡਿੰਗ ਕਿਸੇ ਵੀ ਸਫੀਅਰ ਦੇ ਵਿੱਚ ਐਕਸ਼ਨ ਲੈਣ ਦੀ ਕੋਸ਼ਿਸ਼ ਕਰਦਾ। ਦੈਟ ਇਜ਼ ਦ ਮੀਨਿੰਗ ਆਫ ਸਮਾਰਟ ਗਵਰਨਮੈਂਟ। then comes your smart environment,
ਜੋ ਸੈਕਿੰਡ ਬਾਕਸ ਵਿੱਚ ਲਿਖਿਆ ਕਿ ਸਮਾਰਟ ਸਿਟੀ ਦੇ ਵਿੱਚ ਸਮਾਰਟ ਇਨਵਾਇਰਨਮੈਂਟ ਹੋਗਾ। ਇਹਦਾ ਕੀ ਮਤਲਬ ਹੈ, ਮੇਬੀ ਤੁਹਾਡੇ ਹੁਣ ਤਾਂ ਆਪਣੇ ਜਿਵੇਂ ਕੋਈ ਇਦਾਂ ਦੇ ਡਿਵਾਈਸਿਸ ਨਹੀਂ ਇੰਸਟਾਲਡ ਕਿਸੇ ਸਿਟੀ ਦੇ ਵਿੱਚ, ਮੇਬੀ ਇਦਾਂ ਦੇ ਡਿਵਾਈਸਿਸ ਇੰਸਟਾਲ ਹੋ ਜਾਣ ਤੁਹਾਡੀ ਸਿਟੀ ਦੇ ਵਿੱਚ ਜੋ ਤੁਹਾਡੇ ਸਿਟੀ ਦੀ ਏਅਰ ਪੋਲਿਊਸ਼ਨ ਦਾ ਕੰਟੈਂਟ ਮੈਜ਼ਰ ਕਰਦੇ ਪਏ ਨੇ, ਹਿਊਮਿਡਿਟੀ ਦਾ ਕੰਟੈਂਟ ਮੈਜ਼ਰ ਕਰਦੇ ਪਏ ਨੇ, ਕਾਰਬਨ ਡਾਈਆਕਸਾਈਡ ਦਾ ਕੰਟੈਂਟ ਮੈਜ਼ਰ ਕਰਦੇ ਪਏ ਨੇ। ਮਤਲਬ ਵੱਖ-ਵੱਖ ਜਗ੍ਹਾ ਤੇ ਸਿਟੀ ਦੇ ਵਿੱਚ ਇਦਾਂ ਦੇ ਡਿਵਾਈਸਿਸ ਲੱਗ ਜਾਣ ਸਮਾਰਟ ਸਿਟੀ ਦੇ ਵਿੱਚ ਜੋ ਤੁਹਾਡੇ ਇਨਵਾਇਰਨਮੈਂਟ ਦੇ ਰਿਲੇਟਡ ਪੈਰਾਮੀਟਰਸ ਨੂੰ ਮੈਜ਼ਰ ਕਰਦੇ ਪਏ ਨੇ। ਤੇ ਦੱਸੋ ਇਹ ਡਿਵਾਈਸਿਸ ਨੂੰ ਕੀ ਕਿਹਾ ਜਾਂਦਾ ਹੈ ਜਿਹੜੇ ਮੈਜ਼ਰ ਕਰਨਗੇ ਇਨਵਾਇਰਨਮੈਂਟ ਜਾਂ ਕਿਸੇ ਵੀ ਚੀਜ਼ ਦੇ ਡਿਫਰੈਂਟ ਪੈਰਾਮੀਟਰਸ? ਵਾਟ ਆਰ ਥੀਸ ਡਿਵਾਈਸਿਸ ਕਾਲਡ ਇਨ IoT? Girls, Sensors. very good. These devices are called sensors. ਤਾਂ environment sensor, environmental sensors ਲੱਗ ਜਾਣਗੇ ਜੋ ਸਿਟੀ ਦੇ ਵੱਖ-ਵੱਖ environment ਦੇ ਪੈਰਾਮੀਟਰਸ ਨੂੰ ਮੈਜ਼ਰ ਕਰਨਗੇ। ਜੇ ਇੱਕ ਸਮਾਰਟ ਸਿਟੀ ਬਣ ਰਹੀ ਹੈ ਤਾਂ ਉਹ ਮੈਜ਼ਰ ਕਰਨਗੇ ਤਾਂ ਕੋਰਸਪੋਂਡਿੰਗ ਫਿਰ ਐਕਸ਼ਨ ਲੈਣਗੇ ਕਿ ਜੇ ਇਦਾਂ ਲੱਗ ਰਿਹਾ ਹੈ ਕਿ ਕਾਰਬਨ ਡਾਈਆਕਸਾਈਡ ਲੈਵਲ ਸਿਟੀ ਦਾ ਬਹੁਤ ਵੱਧ ਰਿਹਾ ਹੈ ਤਾਂ ਦੱਸੋ ਕੀ ਐਕਸ਼ਨ ਲਿੱਤਾ ਜਾਣਾ ਚਾਹੀਦਾ ਹੈ। ਜੇ ਤੁਹਾਡੇ ਸੈਂਸਰ ਨੇ ਇਦਾਂ ਡਿਟੈਕਟ ਕਰਕੇ ਇਨਫੋਰਮੇਸ਼ਨ ਭੇਜੀ ਕਿ ਕਾਰਬਨ ਡਾਈਆਕਸਾਈਡ ਲੈਵਲ ਬਹੁਤ ਵੱਧ ਰਿਹਾ, what can you do? Can we do something? ਹਾਂਜੀ girls, ਦੱਸੋ what can you do? Think you have been talk. ਹਾਂ ਮੈਮ ਇੱਦਾਂ ਲੋਕਾਂ ਨੂੰ ਕਰੀਏ, ਜਾਗਰੂਕ ਕਰੀਏ ਵੀ ਤੁਸੀਂ ਪਲਾਂਟੇਸ਼ਨ ਵਗੈਰਾ ਕਰੋ। ਹੋਰ ਮੈਮ ਇੱਕ ਐਕਟੀਵੇਟਡ ਚਾਰਕੋਲ ਹੁੰਦਾ ਸ਼ਾਇਦ, ਹਾਂ। ਉਹ ਆਪਾਂ ਜੇ ਪਲਾਂਟਸ ਵਗੈਰਾ ਤੇ ਰਾਈਟ, ਮਤਲਬ ਆਪਾਂ ਕੀ ਕਹਿ ਸਕਦੇ ਹਾਂ ਕਿ ਸੈਂਸਰਸ ਨੇ ਡਿਟੈਕਟ ਕੀਤਾ ਸਮਾਰਟ ਸਿਟੀ ਵਿੱਚ ਵੀ ਕਿ ਕਾਰਬਨ ਡਾਈਆਕਸਾਈਡ ਦਾ ਲੈਵਲ ਬਹੁਤ ਹਾਈ ਚੱਲ ਰਿਹਾ, ਤਾਂ ਮੇਬੀ ਆਪਾਂ ਇਨਫੋਰਮ ਕਰ ਸਕਦੇ ਹਾਂ ਕਿ ਕਾਰਬਨ ਡਾਈਆਕਸਾਈਡ ਦਾ ਲੈਵਲ ਹਾਈ ਚੱਲ ਰਿਹਾ। ਯੂ ਕੈਨ ਸੈਂਡ ਅ ਮੈਸੇਜ ਔਨ ਦੀ ਮੋਬਾਈਲ ਐਪਲੀਕੇਸ਼ਨ। ਤੁਹਾਡੇ ਕੋਲ ਫੋਨ ਨੰਬਰ ਹੋਣਗੇ ਸਿਟੀਜ਼ਨਸ ਦੇ, ਤੁਸੀਂ ਇੱਕ ਮੋਬਾਈਲ ਐਪਲੀਕੇਸ਼ਨ ਤੇ ਮੈਸੇਜ ਭੇਜ ਸਕਦੇ ਹੋ ਕਿ ਬਹੁਤ ਕਾਰਬਨ ਡਾਈਆਕਸਾਈਡ ਦਾ ਲੈਵਲ ਬਣ ਰਿਹਾ, ਐਵਰੀਬਾਡੀ ਸ਼ੁੱਡ ਈਦਰ ਪਲਾਂਟ ਟਰੀਜ਼, ਘਰ ਦੇ ਵਿੱਚ ਜਾਂ ਬਾਹਰ। ਜਾਂ ਮਤਲਬ ਇਮੀਡੀਏਟ ਤੁਸੀਂ ਕੀ ਕਰ ਸਕਦੇ ਹੋ ਕਿ ਯੂਜ਼ਰਸ ਨੂੰ, ਸਿਟੀਜ਼ਨਸ ਨੂੰ, ਸਿਟੀ ਦਿਆਂ ਨੂੰ ਰਿਕੁਐਸਟ ਕਰ ਸਕਦੇ ਹੋ ਇਮੀਡੀਏਟ ਇਫੈਕਟਲੀ ਕਿ ਆਪਣੇ ਵਹੀਕਲਸ ਨੂੰ ਥੋੜਾ ਰਿਡਿਊਸ ਕਰੋ, ਕਿ ਮੇਬੀ ਸ਼ੇਅਰਿੰਗ ਕਰੋ ਵਹੀਕਲਸ ਦੀ ਜਾਂ ਵਾਕ ਕਰਕੇ ਨੇੜੇ ਵਾਲੀਆਂ ਜਗ੍ਹਾ ਤੇ ਜਾਓ। ਕਾਰਸ, ਵਹੀਕਲਸ ਘੱਟ ਯੂਜ਼ ਕਰੋ ਕਿਉਂਕਿ ਜਦ ਆਪਾਂ ਵਹੀਕਲਸ ਯੂਜ਼ ਕਰਦੇ ਹਾਂ ਤਾਂ ਕੀ ਐਮਿਟ ਹੁੰਦਾ ਹੈ, ਵੇਰੀਅਸ ਫਿਊਲਸ ਜਿਨ੍ਹਾਂ ਵਿੱਚ ਕਾਰਬਨ ਡਾਈਆਕਸਾਈਡ, ਜਾਂ ਆਪਾਂ ਫੈਕਟਰੀ ਸਿਟੀ ਵਾਲਿਆਂ ਨੂੰ ਕਹਿ ਸਕਦੇ ਹਾਂ ਕਿ ਕਾਰਬਨ ਡਾਈਆਕਸਾਈਡ ਦਾ ਲੈਵਲ ਬਹੁਤ ਵੱਧ ਗਿਆ, ਆਪਣੀ ਫੈਕਟਰੀਜ਼ ਨੂੰ ਥੋੜੀ ਦੇਰ ਲਈ ਨਾ ਚਲਾਓ ਤਾਂ ਕਿ ਜਿਹੜਾ ਉਹ ਗੈਸਸ ਇਮਿਟ ਕਰਦੇ ਨੇ ਉਹ ਕੀ ਹੋ ਜਾਣ, ਘੱਟ ਜਾਣ। ਸੋ ਥੀਸ ਆਰ ਦੀ ਇਮੀਡੀਏਟ ਐਕਸ਼ਨ ਜਿਹੜੇ ਐਕਚੁਏਟਰਸ ਲੈ ਸਕਦੇ ਨੇ। ਐਕਚੁਏਟਰਸ ਕਿੱਦਾਂ ਵਰਕ ਕਰਨਗੇ, ਮੈਸੇजेस ਭੇਜ ਕੇ ਇਦਾਂ ਦੀਆਂ ਯੂਨਿਟਸ ਨੂੰ ਕਿ ਕਾਰਬਨ ਡਾਈਆਕਸਾਈਡ ਦਾ ਲੈਵਲ ਘੱਟ ਜੇ। ਤੇ ਲੌਂਗ ਟਰਮ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਸਿਟੀ ਦੇ ਵਾਸਤੇ ਕਿ ਤੁਸੀਂ ਟਰੀਜ਼ ਪਲਾਂਟ ਕਰੋ। ਸੋ ਦਿਸ ਕੁਡ ਬੀ ਰਿਲੇਟਡ ਟੂ ਸਮਾਰਟ ਇਨਵਾਇਰਨਮੈਂਟ ਇਨ ਅ ਸਮਾਰਟ ਸਿਟੀ ਕਿ ਉਹਦੇ ਵਿੱਚ ਇਦਾਂ ਦੇ ਡਿਵਾਈਸਿਸ ਲੱਗੇ ਹੋਣਗੇ ਜੋ ਤੁਹਾਡੇ ਇਨਵਾਇਰਨਮੈਂਟ ਦੇ ਕੁਝ ਪੈਰਾਮੀਟਰਸ ਨੂੰ ਮੈਜ਼ਰ ਕਰਨਗੇ ਤਾਂ ਇਮੀਡੀਏਟ ਜਾਂ ਲੌਂਗ ਟਰਮ ਐਕਸ਼ਨ ਲੈ ਸਕਦੇ ਨੇ। ਹੋਰ ਕੀ ਹੋ ਸਕਦਾ ਸਮਾਰਟ ਇਨਵਾਇਰਨਮੈਂਟ ਵਿੱਚ ਕਿ ਤੁਹਾਡੇ ਸਮਾਰਟ ਲੈਂਡਫਿਲਸ ਹੋਣ, ਤੁਹਾਡੇ ਸਮਾਰਟ ਗਾਰਬੇਜ ਕਲੈਕਸ਼ਨ ਟਰੱਕਸ ਹੋਣ। ਜਿਵੇਂ ਫਿਲਹਾਲ ਤਾਂ ਕੀ ਹੁੰਦਾ ਤੁਹਾਡੇ ਕੋਲ ਰੋਜ਼ ਇੱਕ ਗਾਰਬੇਜ ਕਲੈਕਟ ਕਰਨ ਵਾਲਾ ਬੰਦਾ ਆਉਂਦਾ ਘਰਾਂ ਦੇ ਵਿੱਚ, ਇਦਾਂ ਹੀ ਹੁੰਦਾ ਹੈ ਨਾ, ਇਦਾਂ ਹੀ ਹੁੰਦਾ ਨਾ ਸਟੂਡੈਂਟਸ? Yes. ਬਟ ਵਾਟ ਕੈਨ ਹੈਪਨ ਇਨ ਅ ਸਮਾਰਟ ਸਿਟੀ ਕਿ ਸਮਾਰਟ ਸਿਟੀ ਵਿੱਚ ਰੋਜ਼ ਇੱਦਾਂ ਬੰਦਾ ਨਹੀਂ ਆ ਰਿਹਾ, ਮੇਬੀ ਟਰੱਕ ਲੱਗ ਗਿਆ ਹੈ ਤਾਂ ਉਹ ਵੀ ਇੱਕ ਮੋਬਾਈਲ ਐਪਲੀਕੇਸ਼ਨ ਦੇ ਥਰੂ ਤੁਸੀਂ ਲਿੰਕ ਕਰਤਾ। ਜਦ ਕਿਸੇ ਦੀ ਜਗ੍ਹਾ ਤੇ ਬਹੁਤ ਜ਼ਿਆਦਾ ਕੂੜਾ ਇਕੱਠਾ ਹੋ ਗਿਆ, ਉਹ ਗਾਰਬੇਜ ਵਾਲਾ ਬਿਨ ਆਟੋਮੈਟਿਕ ਇੱਕ ਮੈਸੇਜ ਭੇਜ ਰਿਹਾ ਉਸ ਟਰੱਕ ਨੂੰ ਕਿ ਮੇਰੇ ਵਿੱਚ ਬਹੁਤ ਜ਼ਿਆਦਾ ਗਾਰਬੇਜ ਡਿਪੋਜ਼ਿਟ ਹੋ ਗਿਆ ਹੈ, ਕਮ ਟੂ ਦਿਸ ਪਲੇਸ। ਤੇ ਜਿਹੜੀ ਲੋਕੈਲਿਟੀ ਵਿੱਚ ਘੱਟ ਇਕੱਠਾ ਹੋਊਗਾ ਮੇਬੀ ਉੱਥੇ ਉਹ ਫਿਲਹਾਲ ਅੱਜ ਦੇ ਦਿਨ ਨਾ ਵੀ ਜਾਵੇ, ਤੇ ਜਿੱਥੇ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਉੱਥੋਂ ਜਿੱਥੋਂ ਉਹਨੂੰ ਮੈਸੇਜ ਆਇਆ ਇੱਕ ਮੋਬਾਈਲ ਐਪਲੀਕੇਸ਼ਨ ਤੋਂ IoT ਦੇ ਥਰੂ ਉਹ ਡਿਵਾਈਸ ਦੇ ਕੋਲ, ਉਹ ਗਾਰਬੇਜ ਟਰੱਕ ਦੇ ਕੋਲ ਉਹ ਮੈਸੇਜ ਗਿਆ ਉਸ ਲੋਕੈਲਿਟੀ ਦੇ ਵਿੱਚ ਉਹ ਚਲੇ ਜਾਵੇ। ਸੋ ਡਿਪੈਂਡੈਂਟ ਅਪੋਨ ਦੀ ਨੀਡਸ of the citizens such things can be done in a smart city ਜੋ ਕਿ ਹੁਣ ਨਹੀਂ ਹੈ। so that is the second thing, a smart environment। ਫਿਰ third ਤੁਹਾਡਾ ਕੀ ਆਉਂਦਾ ਹੈ, ਸਮਾਰਟ ਟਰਾਂਸਪੋਰਟੇਸ਼ਨ। ਸਮਾਰਟ ਟਰਾਂਸਪੋਰਟੇਸ਼ਨ ਵਿੱਚ ਕੀ ਹੁੰਦਾ ਹੈ, ਐਜ਼ ਆਈ ਡਿਸਕਸਡ ਕਿ ਤੁਹਾਡੀ ਆਟੋਮੈਟਿਕ ਕਾਰ ਪਾਰਕਿੰਗ ਹੈ ਕਿ ਤੁਹਾਡੇ ਕਾਰ ਹੁਣ ਤਾਂ ਆਪਾਂ ਜਿੱਥੇ ਜੀ ਚਾਹੁੰਦਾ ਆਪਣੀ ਗੱਡੀ ਖੜਾ ਦਿੰਦੇ ਹਾਂ, ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਇਸ ਜਗ੍ਹਾ ਤੇ ਗੱਡੀ ਲਈ ਪਾਰਕਿੰਗ ਹੈ ਕਿ ਨਹੀਂ। ਬਟ ਵੈਨ ਇਟ ਵਿਲ ਬੀ ਅ ਸਮਾਰਟ ਪਾਰਕਿੰਗ ਇਨ ਅ ਸਮਾਰਟ ਸਿਟੀ ਤਾਂ ਤੁਹਾਡੇ ਐਪਲੀਕੇਸ਼ਨਸ ਇੰਸਟਾਲਡ ਹੋਣਗੀਆਂ ਫੋਨ ਦੇ ਵਿੱਚ ਜੋ ਸਿਟੀ ਦੀ ਪਾਰਕਿੰਗ ਬਾਰੇ ਦੱਸਣਗੇ ਕਿ ਕਿੱਥੇ ਕਿੰਨੀ ਜਗ੍ਹਾ ਪਈ ਹੈ, ਕੌਣ ਕਿੱਥੇ ਗੱਡੀ ਪਾਰਕ ਕਰ ਸਕਦਾ, ਉਸ ਗੱਡੀ ਦਾ ਨੰਬਰ ਵੀ ਨੋਟ ਕੀਤਾ ਜਾਊਗਾ ਐਂਡ ਆਲ ਸੱਚ ਇਨਫੋਰਮੇਸ਼ਨ ਆਟੋਮੇਟ ਕਰ ਦਿੱਤਾ ਜਾਊਗਾ। ਇਸੇ ਤਰ੍ਹਾਂ ਟਰਾਂਸਪੋਰਟੇਸ਼ਨ, ਤੁਹਾਡੀ ਬੱਸ ਦੀਆਂ ਸਾਰੀਆਂ ਸਰਵਿਸਿਜ਼ ਦੀ ਇਨਫੋਰਮੇਸ਼ਨ, ਕਿੱਥੇ ਜ਼ਿਆਦਾ ਲੋਕੀ ਖੜੇ ਨੇ ਉਧਰ ਬੱਸ ਨੂੰ ਡਾਇਵਰਟ ਕੀਤਾ ਜਾਵੇ, ਇਹ ਸਾਰਾ ਕੰਮ ਕੀਤੇ ਜਾਣਗੇ ਸਮਾਰਟ ਸਿਟੀ ਦੇ ਵਿੱਚ। ਸੋ ਵੀ ਡਿਸਕਸ ਸਮਾਰਟ ਗਵਰਨਮੈਂਟ, ਸਮਾਰਟ ਟਰਾਂਸਪੋਰਟੇਸ਼ਨ, ਸਮਾਰਟ environment।
ਨੈਕਸਟ ਆਉਂਦਾ ਤੁਹਾਡੀਆਂ ਸਮਾਰਟ ਯੂਟਿਲਿਟੀਜ਼ ਹੋ ਸਕਦੀਆਂ ਨੇ ਸਮਾਰਟ ਸਿਟੀ ਵਿੱਚ। ਫੋਰ ਐਗਜ਼ਾਮਪਲ ਤੁਹਾਡੇ ਸਮਾਰਟ ਗ੍ਰਿਡ ਜਾਂ ਸਮਾਰਟ ਪਾਵਰ ਮੀਟਰਸ ਮੈਂ ਲਿਖਿਆ। ਐਨੀ ਸਟੂਡੈਂਟ ਕੈਨ ਐਕਸਪਲੇਨ ਸਮਾਰਟ ਯੂਟਿਲਿਟੀ ਟੂ ਮੀ, ਉਹਦੇ ਵਿੱਚ ਕੀ ਹੋਗਾ ਸਮਾਰਟ ਯੂਟਿਲਿਟੀ ਦੇ ਵਿੱਚ? ਜਿਵੇਂ ਸਮਾਰਟ ਪਾਵਰ ਮੀਟਰਸ ਲਿਖਿਆ ਜਿਹੜੇ ਬਿਜਲੀ ਮੈਜਰ ਕਰਦੇ ਨੇ ਤੁਹਾਡੇ ਘਰਾਂ ਦੇ, ਸਮਾਰਟਲੀ ਕਿੱਦਾਂ ਵਰਕ ਕਰਨਗੇ? ਹਾਂਜੀ ਐਨੀਬਡੀ? ਹਾਂਜੀ ਓਕੇ, ਐਨੀਬਡੀ ਐਲਸ? ਸਮਾਰਟ ਗਵਰਨਮੈਂਟ ਦਾ ਪਲਾਨ ਚੱਲ ਰਿਹਾ ਵੀ ਜਿਹੜੇ ਸਮਾਰਟ ਮੀਟਰਸ ਲਗਾਣੇ ਆ, ਹਾਂ ਉਹਦੇ ਵਿੱਚ ਕੀ ਆ ਮੈਮ, ਜਦੋਂ ਮਤਲਬ ਆਪਾਂ ਬਿੱਲ ਹਾਂ that was right what Parampreet was telling. Anybody else? Smart utilities ਵਿੱਚ ਕੀ ਹੋ ਸਕਦਾ smart power meters ਵਿੱਚ? ਹਾਂਜੀ girls, ਬਾਕੀ ਬੱਚੇ ਵੀ ਬੋਲੋ। girls anybody else at least try। ਹੁਣ ਜਿਵੇਂ ਸਮਾਰਟ ਗ੍ਰਿਡ ਲਿਖਿਆ ਆਪਾਂ, ਸਮਾਰਟ ਗ੍ਰਿਡ ਕੀ ਹੁੰਦਾ? ਜਿਹੜੀ ਤੁਹਾਡੀ ਬਿਜਲੀ ਆਉਂਦੀ ਹੈ ਨਾ ਇੱਕ ਸਟੇਟ ਦੀ, ਉਹ ਇੱਕ ਇਲੈਕਟ੍ਰਿਸਿਟੀ ਗ੍ਰਿਡ ਤੋਂ ਆਉਂਦੀ ਹੈ, ਤਾਂ ਉਹ ਆਪਾਂ ਮੇਬੀ ਇਕੁਅਲੀ ਹਰ ਸਿਟੀ ਨੂੰ ਵੰਡ ਦਿੰਦੇ ਹਾਂ ਤੇ ਇਕੁਅਲੀ ਹਰ ਏਰੀਆ ਨੂੰ ਵੰਡ ਦਿੰਦੇ ਹਾਂ ਕਿ ਇੰਨੀ ਬਿਜਲੀ ਜੋ ਤੁਹਾਡੀ ਪਾਵਰ ਹੈ ਇੱਧਰ ਸਪਲਾਈ ਕਰ ਦਿੱਤੀ ਜਾਵੇ। ਬਟ ਵੈਨ ਇਟ ਇਜ਼ ਅ ਸਮਾਰਟ ਸਿਟੀ ਮੇਬੀ ਡਿਪੈਂਡੈਂਟ ਅਪੋਨ ਦੀ ਨੀਡ ਕਿ ਇਸ ਏਰੀਆ ਦੇ ਵਿੱਚ ਫਿਲਹਾਲ ਇੰਨੀ ਬਿਜਲੀ ਦੀ ਜ਼ਰੂਰਤ ਹੈ, ਉਹਨੂੰ ਜ਼ਿਆਦਾ ਭੇਜੀ ਜਾ ਸਕੇ ਡਿਪੈਂਡੈਂਟ ਅਪੋਨ ਵਾਟ ਦੀ ਸੈਂਸਰਸ ਆਰ ਡਿਟੈਕਟਿੰਗ ਇਨ ਦੈਟ ਲੋਕੈਲਿਟੀ। ਤਾਂ ਇਹਦੇ ਵਿੱਚ ਸਾਰਾ ਕੰਮ ਕਿੱਥੇ ਆ ਕੇ ਆਪਣਾ ਨੈਰੋ ਡਾਊਨ ਹੁੰਦਾ ਸੈਂਸਰਸ 'ਤੇ। ਜਦ ਸੈਂਸਰਸ ਚੈੱਕ ਕਰਨਗੇ, ਹੁਣ ਇਹ ਕਿੱਦਾਂ ਵਰਕ ਕਰੂਗਾ ਕਿ ਤੁਹਾਡਾ ਇੱਕ ਸਮਾਰਟ ਗ੍ਰਿਡ ਕਿ ਕਿੱਥੇ ਜ਼ਿਆਦਾ ਬਿਜਲੀ ਚਾਹੀਦੀ ਕਿੱਥੇ ਨਹੀਂ ਚਾਹੀਦੀ। ਇੱਕ ਏਰੀਆ ਸਪੋਜ਼ ਤੁਹਾਡਾ ਏਰੀਆ ਹੈ ਜਿੱਥੇ ਲੋਕੀ ਕੰਮ 'ਤੇ ਨਹੀਂ ਜਾਂਦੇ, ਉੱਥੇ ਵਰਕਿੰਗ ਕਲਾਸ ਇੰਨੀ ਜ਼ਿਆਦਾ ਨਹੀਂ ਹੈ, ਬੱਚੇ ਜ਼ਿਆਦਾ ਨੇ, ਮੇਬੀ ਉਹ ਜ਼ਿਆਦਾ ਘਰਾਂ ਦੇ ਵਿੱਚ ਲੋਕੀ ਰਹਿੰਦੇ ਨੇ, ਤਾਂ ਜੇ ਉੱਥੇ ਲੋਕੀ ਸਾਰਾ ਟਾਈਮ ਘਰ ਵਿੱਚ ਰਹਿ ਰਹੇ ਨੇ, ਮੇਬੀ ਇਟਸ ਅ ਲੇਬਰ ਕਲਾਸ ਜਾਂ ਇੱਦਾਂ ਦਾ ਕੁਛ ਹੈ ਜਿੱਥੇ ਲੋਕਾਂ ਦਾ ਰਹਿਣਾ ਸਾਰੇ ਦਿਨ ਜ਼ਿਆਦਾ ਹੈ, ਉੱਥੇ ਬਿਜਲੀ ਦੀ ਜ਼ਰੂਰਤ ਜ਼ਿਆਦਾ ਹੋਊਗੀ। ਤਾਂ ਕੁਛ ਇੱਦਾਂ ਦੇ ਏਰੀਆ ਨੇ ਜਿੱਥੇ ਵਰਕਿੰਗ ਕਲਾਸ ਜ਼ਿਆਦਾ ਰਹਿੰਦੀ ਹੈ, ਜਿਹੜੇ 9 ਤੋਂ 5 ਕੰਮ 'ਤੇ ਚੱਲ ਜਾਂਦੇ ਨੇ, ਤਾਂ ਉੱਥੇ ਮੈਨੂੰ ਦੱਸੋ ਹੁਣ ਵਰਕਿੰਗ ਕਲਾਸ ਦੇ ਵਿੱਚ ਬਿਜਲੀ ਦੀ ਜ਼ਿਆਦਾ ਰਿਕੁਆਇਰਮੈਂਟ ਹੋਊਗੀ ਘਰਾਂ ਦੇ ਵਿੱਚ, ਜਾਂ ਜਿਹੜਾ ਏਰੀਆ ਦੇ ਵਿੱਚ ਇੱਕ ਫੈਕਟਰੀ ਇੰਸਟਾਲਡ ਹੈ ਜਿੱਥੇ ਲੇਬਰ ਕੰਮ ਕਰਨ ਆ ਰਹੀ ਹੈ ਉੱਥੇ ਇਲੈਕਟ੍ਰਿਸਿਟੀ ਦੀ ਜ਼ਿਆਦਾ ਜ਼ਰੂਰਤ ਹੋਊਗੀ? ਕਿੱਥੇ ਜ਼ਿਆਦਾ ਜ਼ਰੂਰਤ ਹੋਊਗੀ ਦੋਨੋਂ ਏਰੀਆਜ਼ ਵਿੱਚੋਂ? ਹਾਂਜੀ ਗਰਲਸ, ਕਿੱਥੇ ਜ਼ਿਆਦਾ? वर्किंग एरिया है ਨਹੀਂ, ਜਿੱਥੇ ਬੱਚੇ ਤੁਹਾਡੀਆਂ ਫੈਕਟਰੀ, ਹਾਂ ਜਿੱਥੇ ਫੈਕਟਰੀਜ਼ ਵਗੈਰਾ ਇੰਸਟਾਲਡ ਨੇ, ਕਿਉਂਕਿ ਉੱਥੇ ਲੋਕੀ ਰਹਿ ਰਹੇ ਨੇ, ਜਿੱਥੇ ਵਰਕਿੰਗ ਕਲਾਸ ਹੈ ਉਹ ਲੋਕੀ ਤਾਂ ਘਰ ਛੱਡ ਮਤਲਬ 9 ਤੋਂ 5 ਘਰ ਦੇ ਵਿੱਚੋਂ ਬਾਹਰ ਚਲੇ ਗਏ ਨੇ ਕੰਮ ਲਈ। ਤਾਂ ਆਪਾਂ ਡਿਪੈਂਡੈਂਟ ਅਪੋਨ ਦੀ ਸੈਂਸਰਸ, ਮੇਬੀ ਇਮੇਜ ਸੈਂਸਰਸ ਲੱਗੇ ਹੋਣ ਜਿਹੜੇ ਦੇਖ ਰਹੇ ਨੇ ਕਿ ਇੰਨੇ ਲੋਕੀ ਚਲੇ ਗਏ, ਜਾਂ ਘਰ ਦੇ ਸੈਂਸਰਸ ਲੱਗੇ ਹੋਣ ਜੋ ਦੱਸਣ ਕਿ ਹੁਣ ਇਸ ਘਰ ਦੇ ਵਿੱਚ ਇਲੈਕਟ੍ਰਿਸਿਟੀ ਸ਼ਟ ਆਫ ਹੈ, ਤਾਂ ਉਸ ਏਰੀਆ ਦੇ ਵਿੱਚ એનર્ਜੀ ਗ੍ਰਿਡ ਉਸ ਵੇਲੇ એનર્ਜੀ ਨਹੀਂ ਭੇਜੂਗਾ ਤੇ ਦੂਜੇ ਪਾਸੇ એનર્ਜੀ ਨੂੰ ਡਾਇਵਰਟ ਕਰ ਦੂਗਾ ਇਨ ਅ ਸਮਾਰਟ city. Next could be smart services, as we have already discussed ਕਿ ਤੁਹਾਡੇ ਇਲੈਕਟ੍ਰੋਨਿਕ ਸਾਰੀਆਂ ਚੀਜ਼ਾਂ ਫਾਈਲ ਹੋ ਸਕਦੀਆਂ ਨੇ, ਤੁਹਾਡੇ ਡਰਾਈਵਿੰਗ ਲਾਇਸੈਂਸਿਸ, ਯੋਰ ਸਰਟੀਫਿਕੇਟਸ ਐਕਸੈਕਟਰਾ, ਤੇ ਈਮੇਲ ਦੇ ਨਾਲ ਹੀ ਤੁਹਾਡੇ ਕੋਲ ਕੀ ਹੋ ਸਕਦੇ ਨੇ, ਵਾਪਸ ਆ ਸਕਦੇ ਨੇ। ਸੋ ਦਿਸ ਇਜ਼ ਆਲ ਅਬਾਊਟ ਅ ਸਮਾਰਟ ਸਿਟੀ ਕਿ ਡਿਪੈਂਡੈਂਟ ਅਪੋਨ ਦੀ ਨੀਡਸ ਆਫ ਦੀ ਸਿਟੀਜ਼ਨਸ ਅਸੀਂ ਇੱਦਾਂ ਦੇ IoT ਇਨੇਬਲ ਡਿਵਾਈਸਿਸ ਇੰਸਟਾਲ ਕਰੀਏ ਜਿਹੜੇ ਸਾਨੂੰ ਆਟੋਮੈਟਿਕ ਸਰਵਿਸਿਜ਼ ਦੇ ਸਕਣ ਤੇ ਮੈਨੂਅਲ ਇੰਟਰਫੇਰੈਂਸ ਕੀ ਹੋਵੇ, ਘੱਟ ਹੋਵੇ। ਦੈਟ ਇਜ਼ about the smart cities. Now what we have to discuss is ਕਿ smart cities ਦੇ ਵਿੱਚ ਸਾਡੇ ਕੋਲ security, privacy ਤੇ trust ਦੇ ਕੀ challenges ਆਉਂਦੇ ਨੇ ਤੇ ਉਹਨਾਂ ਨੂੰ security, privacy and trust ਨੂੰ ensure ਕਰਨਾ ਕਿਉਂ ਜ਼ਰੂਰੀ ਹੈਗਾ। So that is the main topic about security, privacy and trust. ਹੁਣ can somebody differentiate between security and privacy ਤੇ ਟਰਸਟ? ਮਤਲਬ ਇਹ ਤਿੰਨ ਲਫ਼ਜ਼ਾਂ ਦਾ ਮਤਲਬ ਕੀ ਹੈ, ਸਿਕਿਉਰਿਟੀ, ਪ੍ਰਾਈਵੇਸੀ ਐਂਡ ਟਰਸਟ? if I say your house is if I ask you a question, is your house secure and private, what am I meaning by that? ਹਾਂਜੀ ਮੁਸਕਾਨ, what do you mean by secure and a private house? मैम सिक्योर का मतलब कि वो हमारे लिए एकदम मीन्स कि पूरा सिक्योर है, हमें वहाँ पे कुछ वो नहीं हो सकता। तो प्राइवेट का मतलब कि
पर्सनल। पर्सनल ठीक है, कुछ हद तक ठीक है। प्राइवेट का मतलब पर्सनल, सिक्योर। अब अगर हम आईओटी इन स्मार्ट सिटीज़ की बात करें तो जो भी इंटरनेट ऑफ थिंग्स है वो पूरा डेटा के ऊपर बेस्ड है कि सेंसर्स आपके अलग अलग मतलब एप्लीकेशन एरियाज़ में से डेटा कलेक्ट कर रहे हैं और उस डेटा के डिपेंडेंट आप कुछ एक्शंस ले रहे हो, चाहे वो फिर ट्रांसपोर्टेशन का एप्लीकेशन एरिया है, चाहे हेल्थ केयर का एप्लीकेशन एरिया है, या आपकी गवर्नमेंट का एप्लीकेशन एरिया है, सब कुछ डिपेंडेंट है डेटा के ऊपर। तो जब हम आईओटी की बात करते हैं तो हम डेटा मतलब इकट्ठा करके उस डेटा के ऊपर डिपेंडेंट कुछ एक्शन लेते हैं इन अ स्मार्ट सिटी। जब हम सिक्योरिटी एंड प्राइवेसी की अब बात कर रहे हैं इन अ स्मार्ट सिटी, तो हम चाह रहे हैं what are we trying to mean by security and privacy? By security we means कि जो डाटा सेंसर्स ने कलेक्ट किया वो सेंसर से लेकर उस एंड पॉइंट तक, जिस जो एप्लीकेशन वाला एंड पॉइंट है, जब एप्लीकेशन के पास वो डाटा पहुंचेगा और कुछ एक्शन लिया जाएगा, वो एंड टू एंड ट्रैवल ऑफ द डाटा फ्रॉम दी सेंसर्स जिन्होंने वो डाटा जनरेट किया एंड टू दी एप्लीकेशंस हु आर यूजिंग दिस डाटा, वो एंड टू एंड ट्रांसफ़र ऑफ डाटा कैसे हो सके, सिक्योरली हो सके। मतलब वो सिक्योर वे से एक जगह से दूसरी जगह पहुंच पाए। फॉर एग्जांपल, अगर आप कोई महंगी चीज़ ट्रांसफ़र कर रहे हो, या आपने कभी देखा है जब पॉलिटिशियंस एक सिटी से दूसरी सिटी ट्रैवल करते हो तो पॉलिटिशियंस की सिक्योरिटी साथ में लगी होती है ना, उनके साथ पुलिस की गाड़ियाँ आगे पीछे होती हैं। देखे कभी किसी ने ये चीज़ सड़क के ऊपर? तो हम क्या कहते हैं, ये पॉलिटिशियन की साथ में क्या जा रही है, सिक्योरिटी जा रही है। हम यही वर्ड यूज़ करते हैं ना। That is the meaning of data. In IoT, the data which has been generated at one point and the data which has to be sent to another point for an application, वो data securely क्या किया जा सके, ट्रांसफ़र किया जा सके। अब कैसे वो करना है वो मैं आगे अब आपको पढ़ाऊँगी। वो सिक्योरली क्यों ट्रांसफ़र किया जा सके, ताकि वो डाटा को कोई चेंज ना कर पाए, ठीक है, रास्ते में। ये हम आगे बढ़ते हैं। तो सिक्योरली का क्या मतलब है, एक एंड पॉइंट से दूसरे एंड पॉइंट तक जैसे डाटा जनरेट हुआ है वैसे ही डाटा है दूसरे एंड पॉइंट पर पहुंच जाए, बीच में उसको बदला ना जाए, उसको इंटरसेप्ट ना किया जा सके। अब प्राइवेट का क्या मतलब है, प्राइवेसी ऑफ द डाटा। प्राइवेसी ऑफ द डाटा मीन्स डाटा क्या है, क्या भेजा जा रहा है वो किसी को ना पता चले, तो उसे क्या कहते हैं, प्राइवेसी ऑफ द डेटा। हाउ कैन यू अंडरस्टैंड दैट? दी सेम एग्जाम्पल, जब आप पुलिस की सिक्योरिटी आगे पीछे पॉलिटिशियन की लगी होती है, तो सिक्योरिटी तो हम कैसे इंश्योर कर रहे हैं कि उसके आगे पीछे पुलिस लगी है। मुझे बताओ, आपको कितनी बारी पता चलता है कि उस गाड़ी के अंदर कौन बैठा है, किसकी सिक्योरिटी लगाई है पुलिस ने? पता चलता है हमें कभी कि गाड़ी के अंदर कौन बैठ के जा रहा है? नो मैम। दैट इज द वर्ड प्राइवेट। मतलब उसकी आइडेंटिटी को छुपा लेना कि अंदर बैठ के कौन जा रहा है, दैट इज इंश्योरिंग दी प्राइवेसी के नॉट डिस्क्लोजिंग हु इज गोइंग। सिमिलरली फॉर द डाटा कि डाटा क्या है, किसने जनरेट किया, कहाँ जा रहा है, वो ना पता चले, वो क्या है, प्राइवेसी ऑफ द डाटा। दोनों में फ़र्क पता चला गर्ल्स, क्या है दोनों वर्ड्स में? सिक्योरिटी, मैं दोबारा से रिपीट कर रही हूँ, सिक्योरिटी का क्या मतलब है कि एक सिरे से लेके जहाँ पर डाटा जनरेट हुआ है दूसरे सिरे तक डाटा पहुँच जाए बिना बदले हुए और बिना कोई उसमें मॉडिफिकेशंस किए हुए, बस पहुँचा देना एक एंड पॉइंट, वो है सिक्योरिटी। दूसरा प्राइवेसी वर्ड, प्राइवेसी का क्या मतलब है, वो डाटा किसका है, कहाँ से जनरेट हुआ, उसमें क्या भेजा जा रहा है, वो सब कुछ छुपा रहे डाटा के बारे में, उसको क्या कहा जाता है, प्राइवेसी ऑफ द डाटा। और ट्रस्ट क्या होता है कि किसी चीज़ में हम कितना ट्रस्ट रख सकते हैं। अब कोई भी जाना स्मार्ट सिटी में स्मार्ट एप्लीकेशंस को तभी यूज़ करेगा अगर वो उन सर्विसेज पर अपना ट्रस्ट इंश्योर कर सके, भरोसा कर सके। ट्रस्ट का आपका नॉर्मल हिंदी पंजाबी का वर्ड क्या है कि उत्ते भरोसा किया जा सके कि ਜਿਹੜੀਆਂ ਐਪਲੀਕੇਸ਼ਨਸ ਹੈ ਇਹ ਕਿਤੇ ਮੇਰੇ ਲਈ ਜਿਵੇਂ ਆਪਾਂ ਕਈ ਵਾਰ ਹੁੰਦਾ ਨਾ फ़ोन ਦੇ ਵਿੱਚ ਆਪਾਂ ਕਹਿੰਦੇ सारा कुछ सारे सॉफ्टवेयर मत इंस्टॉल करो फ़ोन के ऊपर, क्यों नहीं करते? क्योंकि हमें उन सॉफ्टवेयर पर ट्रस्ट नहीं होता, भरोसा नहीं होता कि ये साथ में वायरसेस ना ले आए। सो दैट इज़ दी
ट्रस्ट पार्ट. सो व्हेन वी आर डेवलपिंग स्मार्ट एप्लीकेशंस इन अ स्मार्ट सिटी, हम जब अपनी सिटी को स्मार्ट करने की कोशिश कर रहे हैं, हम क्या चाह रहे हैं कि सारी एप्लीकेशंस ऑटोमेट हो जाएं, सब चीज़ें ऑटोमेट हो जाएं. अब वो अगर चाहे ट्रैफिक लाइट्स को ऑटोमेट होना है, चाहे हेल्थ केयर को ऑटोमेट होना है, उन चीज़ों को ऑटोमेट होने के लिए किसकी ज़रूरत पड़ेगी, कब हो पाएंगी, अगर उनके पास वैसा सा डाटा होगा, ट्रैफिक लाइट्स का डाटा होगा, हेल्थ ऑफ द पेशेंट्स का डाटा होगा, लाइट्स अगर ऑन ऑफ करनी है लाइट्स का डाटा होगा, इलेक्ट्रिसिटी का डाटा होगा. तो हमें डाटा के ऊपर ही सारा काम चलता है IoT में, और हम चाहते हैं वो डाटा की सिक्योरिटी और प्राइवेसी क्या की जाए, स्मार्ट सिटीज़ में कैसे इंश्योर की जाए. तो ये जो आपके सेकेंड पेज पर मैंने लिखा है कि स्मार्ट सिटीज़ हैव बीन डेवलप्ड बट वी नीड टू मतलब मॉनिटर दी सिक्योरिटी एंड प्राइवेसी. फिर सेकंड पेज पर देखो जहाँ पे 21 नंबर लिखा है, वहाँ मैंने लिखा है ट्रेडिशनल साइबर सिक्योरिटी प्रोटेक्शन स्ट्रैटेजीज कांट बी अप्लाइड डायरेक्टली. कि पहले भी हम जब डाटा इंटरनेट के, अब हम किसकी बात करें, इंटरनेट ऑफ थिंग्स की. इंटरनेट ऑफ थिंग्स से पहले हमारे पास क्या था, नॉर्मल इंटरनेट था जो आप अभी भी यूज़ कर रहे हो. अब उसमें भी सिक्योरिटी ऑफ द डेटा है कि फेसबुक आपका पासवर्ड प्रोटेक्ट करता है, आप ऑनलाइन शॉपिंग कर सकते हो, आपके बैंकिंग का पासवर्ड सिक्योर रहता है, वो है हमारे पास सिक्योरिटी मेजर्स. बट उन मेजर्स को यूज़ करके हम इंटरनेट ऑफ थिंग्स में क्यों नहीं लगा सकते, क्योंकि आपको बच्चे मेरी ये बात समझ में आई कि पहले भी इंटरनेट के पास सिक्योरिटी के एल्गोरिदम्स हैं, सॉफ्टवेयर्स हैं जो नॉर्मली इंटरनेट पे चल रहे हैं. बट जब हम इंटरनेट ऑफ थिंग्स की बात कर रहे हैं, वो इंटरनेट वाले उसमें सिक्योरिटी मेजर्स क्यों नहीं लग सकते, क्योंकि जो हमें सिक्योरिटी मेजर्स लगाने हैं वो मेजर्स हमें लगाने हैं सेंसर्स में. तो जो सेंसर्स हैं उनकी क्या प्रॉब्लम है, एक तो सेंसर्स हेट्रोजीनियस इन नेचर हैं. जब मैं कहती हूँ कि सेंसर्स हेट्रोजीनियस इन नेचर हैं, उसका मतलब है कि सेंसर्स अलग अलग तरह के हैं. तो अलग अलग तरह के हैं तो उन पर सेम ऐसे नहीं कि एक ही तरह के सिक्योरिटी मेजर्स लग जाएं. जिस तरह का सेंसर है उस तरह का उस पर सिक्योरिटी मेजर लगाना पड़ेगा. एक तो ये बहुत मेजर प्रॉब्लम आ जाती है हेट्रोजेनिटी की, कि सेंसर्स अलग अलग तरह की है तो अलग अलग सिक्योरिटी मेजर्स चाहिए. तो एक जैसा हमारा वो सिक्योरिटी वाला मेजर नहीं लग सकता जो पहले इंटरनेट में लगता था. दूसरा, ये सेंसर्स बहुत छोटे छोटे डिवाइसेस होते हैं, इलेक्ट्रॉनिक डिवाइसेस, इन पर वो बड़े बड़े एल्गोरिदम्स बहुत ज़्यादा कंप्यूटेशनल पावर यूज़ करेंगे. और इतनी कंप्यूटेशनल पावर अगर हमने सिक्योरिटी लगाने में डिवाइसेस में यूज़ कर दिए तो वो जो नॉर्मल सेंसिंग वाला काम है कि अपना डाटा कलेक्ट करने वाला काम है वो नहीं कर पाएंगे. सो दिस इज़ द प्रॉब्लम कि हम वो जो एग्जिस्टिंग सिक्योरिटी मेजर्स इंटरनेट में लगते हैं वो अपने इंटरनेट ऑफ थिंग्स में नहीं लगा सकते. एनी डाउट्स इन दिस पॉइंट, जो 21st का फर्स्ट पॉइंट है ट्रेडिशनल सिक्योरिटी मेजर्स वाला? हाँ जी गर्ल्स, इज इट क्लियर कि ट्रेडिशनल मेजर्स क्यों नहीं लग सकते? वन, ड्यू टू दी हेट्रोजेनिटी ऑफ दी सेंसर डिवाइसेस. एंड सेकेंड थिंग क्या है कि वो डिवाइसेस हमारे क्या हैं, बहुत ही छोटे साइज़ के होते हैं, उनकी कंप्यूटेशनल पावर बहुत कम होती है. बट जो ट्रेडिशनल सिक्योरिटी मेजर्स हैं उनको ज़्यादा पावर वो कंज्यूम करते हैं. राइट. सो नेक्स्ट ये मैंने आपके साथ डिस्कस कर लिया. बच्चे, इज दैट पेज अवेलेबल विद यू? व्हाट इज द नेक्स्ट पॉइंट? सिक्योरिटी इन्वॉल्व्स, आर यू एबल टू सी दिस पॉइंट इन योर नोट्स? गर्ल्स, सिक्योरिटी इन्वॉल्व्स एंड टू एंड सिक्योर ट्रांसफर इंफॉर्मेशन, ये मैंने आपको समझा दिया. प्राइवेसी इन्वॉल्व्स प्रोटेक्टिंग द डाटा ऑफ द यूज़र. इसको और भी क्या कहा जाता है? कॉन्फिडेंशियल. आपने कभी ये इंग्लिश का वर्ड सुना है कॉन्फिडेंशियल? यस मैम. कॉन्फिडेंशियल का क्या मतलब होता है? मैम कोई सेंसिटिव इंफॉर्मेशन. वेरी गुड. कोई सेंसिटिव इंफॉर्मेशन को सिक्योर करके रखना, कॉन्फिडेंशियल. तो प्राइवेसी का दूसरा वर्ड क्या यूज़ कर सकते हो? कॉन्फिडेंशियल. फिर थर्ड आपका ट्रस्ट आ गया, वो मैंने आपको समझा दिया. अब नेक्स्ट थर्ड पॉइंट आता है, वो कहते हैं कि अ लार्ज नंबर ऑफ इश्यूज आर बीइंग फेस्ड इन स्मार्ट सिटीज़. यही मैं आपको समझाना चाह रही थी कि हमें स्मार्ट सिटीज़ में सिक्योरिटी एंड प्राइवेसी क्यों चाहिए, मतलब क्यों इतना हम इस पर लेक्चर कर रहे हैं कि सिक्योरिटी प्राइवेसी चाहिए. आपने सुना है कि कुछ ऑटोमेटेड गूगल की कार्स आई हैं जिनमें ड्राइवर की ज़रूरत नहीं है, वो खुद ब खुद चलती हैं. सुना है किसी बच्चे ने ये बात? अच्छा, अभी ना ऐसी कार्स डेवलप हो रही हैं चाइना जापान में जो ऑटोमेटेड कार्स हैं, IoT इनेबल्ड कार्स हैं. अब वो कार्स क्या करती हैं, उनमें ड्राइवर नहीं होता, वो ड्राइवरलेस कार्स हैं. अब वो फिर चलती कैसे है? जो आपकी सिटी होगी पहले तो उसको स्मार्ट सिटी होना पड़ेगा.
स्मार्ट सिटी क्यों होने पड़ेगा कि वो ऑटोमेटिकली ना कार में एक सेंसर लगा होगा जो ट्रैफिक की इंफॉर्मेशन इकट्ठी कर रहा होगा, रोड की इंफॉर्मेशन इकट्ठी कर रहा होगा कि कहाँ पर एक पॉट होल आ रहा है, कहाँ पर खड्डा आ रहा है, कहाँ पर मोड़ आ रहा है, मुझे मुड़ना पड़ेगा, कहाँ पर बहुत लोग हैं, कहाँ पर क्रॉसिंग है। ऐसी सारी इंफॉर्मेशन ना कार का सेंसर ऑटोमेटिकली कलेक्ट करता जाएगा। ठीक है, तो पहले तो हमारी सिटी को ही स्मार्ट होना पड़ेगा और ड्राइवरलेस कार में भी वैसे सेंसर्स होंगे। अब इमेजिन करो किसी ने कार के सेंसर्स के में कोई वायरस इंस्टॉल कर दिया या कोई ऐसी गड़बड़ कर दी वो IoT डिवाइस में, कार के में, तो क्या होगा? कार जो इन्फॉर्मेशन कलेक्ट कर रही थी उसको इन्फॉर्मेशन तो ये कलेक्ट करनी चाहिए थी कि आगे पेडेस्ट्रियन क्रॉसिंग है, यहाँ से लोग क्रॉस कर रहे हैं, मुझे यहाँ पर आके स्टॉप होना है। पर किसी ने अगर कार का वो सिस्टम ख़राब कर दिया, वो मे बी इन्फॉर्मेशन कलेक्ट नहीं कर पाया और वो कार उन लोगों के ऊपर चढ़ गई, वो इतने सारे लोगों को मार दिया। ऐसे वाले थ्रेट्स हैं IoT के स्मार्ट सिटीज़ में कि ड्राइवरलेस कार्स के। तो ये जो मैंने अब और क्या हो सकता है, अब आपके इलेक्ट्रॉनिक ग्रिड्स हैं, हमने बात की कि इलेक्ट्रिसिटी ऐसे जाती है ऑनलाइन बेसिस, मतलब डिटेक्ट करके कि कौन से एरियाज़ में भेजनी है कौन से। अब वो अगर ग्रिड में छोटी सी भी किसी ने एक वायरस या सॉफ्टवेयर में सेंसर में कोई खराबी कर दी, मे बी आपकी इलेक्ट्रिसिटी 3-4 दिन तक कट ऑफ रहे, हमें पता ही ना चले कि उसने उसके सेंसर में कहाँ पर छोटी सी गड़बड़ कर दी है जिसके कारण इलेक्ट्रिसिटी नहीं ट्रांसफ़र हो रही है। तो स्मार्ट सिटीज़ डेवलप करने का फ़ायदे तो डेफिनेटली हैं कि ऑटोमाइज़ हो रहा है, यूज़र्स की ईजीनेस बढ़ रही है, बट इनके थ्रेट्स भी हैं सिक्योरिटी एंड प्राइवेसी को लेकर कि अगर हल्का सा भी सेंसर्स के डेटा को मैनिपुलेट कर दिया जाए तो हमें मेजर थ्रेट्स आ सकते हैं। फॉर एग्जांपल, अ पर्सन कैन बी किल्ड थ्रू ड्राइवरलेस कार्स, इलेक्ट्रिसिटी कैन बी शट ऑफ। हेल्थ केयर में मुझे बताओ क्या थ्रेट हो सकता है? जैसे मैं बार बार बोल रही हूँ कि ब्लड प्रेशर मॉनिटर हो के खुद ब खुद दवाई एडमिनिस्टर हो रही है, डॉक्टर की ज़रूरत ही नहीं, हमने ऑटोमेटेड सिस्टम कर दिया। क्या थ्रेट हो सकता है सिक्योरिटी में, हेल्थ केयर में? सपोज आप एक बंदा हो, आपके अंदर एक छोटा सा सेंसर लगा है बॉडी में, छोटा सा उन्होंने लगा दिया, वो आपका ब्लड प्रेशर सब कुछ मेजर कर रहे हैं और आप मतलब ऑटोमेटिकली आपको दवाई एडमिनिस्टर हो रही है। अगर आप बीमार थे, बाय चांस हॉस्पिटल में थे, डॉक्टर नहीं आ रहा, अगर आपका थोड़े से बीमार हो, आपके वो डिवाइसेस ही सारे हेल्थ के पैरामीटर्स मॉनिटर कर रहे हैं और अगर लग रहा है कि कोई हेल्थ का पैरामीटर ऊपर नीचे हो रहा है, ऑटोमेटिकली दवाई आपके अंदर जा रही है या ऑक्सीजन आपको सप्लाई की जा रही है। तो बताओ क्या थ्रेट हो सकता है अगर इस सिस्टम में थोड़ी कमी पेशी आ जाए तो हेल्थ केयर वाले में? हाँ जी गर्ल्स, क्या हो सकता है? मैम अगर कोई सबसे ज़्यादा जैसे ऑक्सीजन वगैरह का, हाँ देखो, ऑक्सीजन की मतलब हमारी बॉडी में ऑक्सीजन का अमाउंट कम हाँ हो, बिल्कुल, बट लेकिन वो हाँ अब देखो आपने हाँ बिल्कुल, बॉडी में ऑक्सीजन की सप्लाई हाँ आप मर जाओगे। अब देखो ये छोटी छोटी बातें कितनी बड़ी बड़ी प्रॉब्लम्स क्रिएट कर सकती हैं, क्योंकि अगर डाटा को थोड़ा सा भी किसी ने मैनिपुलेट कर दिया, हमारे सेंसर्स तो फिजिकली अवेलेबल हैं, थोड़ा सा भी मैनिपुलेट कर दिया तो कितना मेजर थ्रेट आ सकता है किसी भी एप्लीकेशन में। तो हमें क्या चाहिए, हमें सिक्योरिटी एंड प्राइवेसी को इंश्योर करना बहुत ज़रूरी है स्मार्ट सिटीज़ की अलग अलग एप्लीकेशंस में। अब आप नेक्स्ट पेज पर आ जाओ, इसमें मैंने बताया है ये 4 पॉइंट्स ABCD कि कैसे आप सिक्योरिटी एंड प्राइवेसी इंश्योर कर सकते हो स्मार्ट सिटीज़ में। ये आप नेक्स्ट पेज पर पॉइंट्स देखो, ऑथेंटिकेशन एंड कॉन्फिडेंशियलिटी मैंने लिखा है, फिर अवेलेबिलिटी एंड इंटीग्रिटी लिखा है, फिर लाइट वेट इंट्रूजन डिटेक्शन लिखा है, फिर प्राइवेसी प्रोटेक्शन लिखा है। आगे आप सब लोग इस पेज के ऊपर यस मैम। अब वो बता रहा है कि स्मार्ट सिटीज़ में आप कैसे सिक्योरिटी एंड प्राइवेसी इंश्योर कर सकते हो। जैसे मैंने थोड़ी सी एग्जांपल दी आपको थ्रेड्स की, अब वो कैसे कर सकते हो। वो पहली चीज़ कहता है कि इट इज़ वेरी इंपॉर्टेंट कि स्मार्ट सिटीज़ में क्या हो, ऑथेंटिकेशन एंड कॉन्फिडेंशियलिटी हो। ऑथेंटिकेशन का क्या मतलब है? ऑथेंटिकेशन का मतलब होता है कि आप वेरीफाई करो कि ये सही बंदा है, ये सही नेटवर्क है, ये सही डिवाइस है IoT का जो डाटा को यूज़ कर सकता है। तो मुझे बताओ आपकी कॉलेज में कैसे ऑथेंटिकेशन होती है कि आप कॉलेज के स्टूडेंट हो? वरना तो कोई भी कॉलेज में आ जाए कि मैं कॉलेज का स्टूडेंट हूँ, हम आपको कैसे ऑथेंटिकेट करते हैं पेपर्स में कि आप वही बच्चा हो कि जिसका पेपर है? कैसे ऑथेंटिकेट करते हैं? रजिस्ट्रेशन रोल नंबर। हाँ रोल
रोल नंबर से या आपके आईडी कार्ड से, वो आपकी ऑथेंटिकेशन होगी कि आप ये पर्टिकुलर बच्चा हो जो पेपर दे सकता है। इसी तरह से आईओटी की स्मार्ट सिटीज़ की स्मार्ट एप्लीकेशंस में आप कैसे ऑथेंटिकेट कर सकते हो कि ये डिवाइस को डाटा यूज़ करना चाहिए, इस नेटवर्क पे डाटा भेज सकते हो। आपको सारे नेटवर्क, सारे डिवाइसेस की क्या करना पड़ेगी, ऑथेंटिकेशन करना पड़ेगा। ऑथेंटिकेशन का क्या मतलब होता है, वेरीफाई करना कि दिस इज़ द राइट डिवाइस नेटवर्क टू यूज़ दी डाटा। वो हम कैसे कर सकते हैं, कंप्यूटर्स में कैसे होती है ऑथेंटिकेशन, कैसे कर सकते हो कंप्यूटर्स में ऑथेंटिकेशन गर्ल्स, कैसे करते आए हो अब तक? फेसबुक कैसे ऑथेंटिकेट करता है कि आप ही ये वाले यूज़र आईडी हो जिसका फेसबुक खोलना चाह रहे हो? बिल्कुल बिल्कुल वैसे ही करना है। पासवर्ड्स के थ्रू आप क्या, आपको आईओटी डिवाइसेस नेटवर्क्स के ऊपर क्या लगाने चाहिए, पासवर्ड ज़रूर लगाने चाहिए, क्योंकि इंटरनेट ऑफ थिंग्स इज़ अ डेवलपिंग फील्ड। सिक्योरिटी के ऊपर इतना ज़्यादा नहीं लोग फोकस करते, डिवाइसेस, आईओटी डिवाइसेस के ऊपर पासवर्ड्स नहीं लगे होते, जिस कारण क्या होता है वो आईओटी का डिवाइस कोई भी जाना खोल के उसमें थोड़ी बहुत ही मैनिपुलेशन कर देता है और वो डिवाइस इतनी गड़बड़ कर देता है सिस्टम के अंदर। अब जैसे वो आपने कहा कि ऑक्सीजन मेजर करने वाले डिवाइस में थोड़ी सी प्रॉब्लम ला दो, वो सही ऑक्सीजन मेजर करेगा ही नहीं बंदे की, और मे बी वो मर जाए बंदा हेल्थ केयर में। तो डिवाइसेस के ऊपर पासवर्ड्स लगने चाहिए, ठीक है। इसी तरह से सेकंड पॉइंट, कॉन्फिडेंशियलिटी ऑफ द डाटा, कि प्रोटेक्ट करो ये डाटा किसका है। अब डाटा कैसे प्रोटेक्ट कर सकते हो कि डाटा कोई और ना पढ़ पाए, जो पढ़ना चाहता है वही पढ़ पाए। कैसे करते हैं कॉन्फिडेंशियलिटी? आई डोंट नो इफ यू हैव स्टडीड और नॉट, देयर इज अ वर्ड नोन एज इंक्रिप्शन ऑफ द डाटा। सुना है ये वर्ड, इंक्रिप्शन ऑफ द डाटा? हाँ, इनक्रिप्ट का क्या मतलब होता है, डाटा को किसी और फॉर्म में कन्वर्ट कर देना ताकि वो डाटा रीडेबल ना रहे सब लोगों से। फॉर एग्जांपल, अगर मैंने आपको पासवर्ड बताना है कि आपकी पासवर्ड है वेलकम, मे बी मैं आपको वेलकम ना बताऊँ, मैं कहूँ कि बच्चे पासवर्ड क्या है, वेलकम है, बट मैंने हर लेटर को ना उसके अगले अल्फ़ाबेट से लिख दिया। जैसे W का अगला अल्फ़ाबेट क्या होता है, X होता है ना, W के बाद क्या आता है, X। सब लोग कॉपी के ऊपर लिखो वेल, WELL। एक मिनट में चैट में लिखती हूँ, चैट पर सब लोग फोकस करो, जो आपकी चैट है, मैं इनक्रिप्ट करना सिखा रही हूँ। ये मैंने WE लिखा गया ना, सबने पढ़, मुझे इसे इनक्रिप्ट करना था, इनक्रिप्ट करके भेजना है ताकि किसी को ये पासवर्ड ना पता चले कि WE पासवर्ड है, सिर्फ क्लास के बच्चों को पता चले। अब अगर मैं WE लिख के भेजूंगी सबको ही पता चल जाएगा कि भी WE पासवर्ड है। तो मैंने आप लोगों को ना सिर्फ बता दिया था बिगिनिंग में कि मैं हर अल्फ़ाबेट को ना उसके अगले अल्फ़ाबेट से लिख के भेजूंगी। तो W के बाद क्या आता है, X आता है ना, UVWX, और E के बाद क्या आता है, अल्फ़ाबेट। E के बाद अल्फ़ाबेट कौन सा आता है बच्चे, F। तो मैंने पासवर्ड आपको क्या भेजा, XF। ये मैंने WE को इनक्रिप्ट कर दिया XF में। इनक्रिप्शन एल्गोरिदम क्या लिया, जो भी अल्फ़ाबेट है उसका अगला अल्फ़ाबेट। अब आपके पास XF पहुंच गया। आप कैसे फाइंड आउट करोगे कि पासवर्ड क्या था, आप कैसे फाइंड आउट करोगे कि एक्चुअल पासवर्ड क्या था? हाँ, मैंने आपको ये बता दिया था, बता दिया था क्लियरली कि जो मैं पासवर्ड भेजूंगी वो कैसे बनाया गया होगा, वो आपके अल्फ़ाबेट्स को उसके अगले अल्फ़ाबेट से लिखा होगा। तो आपके लिए अब की क्या है, आपको XF को डिक्रिप्ट कैसे करना है, आपको उसके प्रीवियस अल्फ़ाबेट से लिखना पड़ेगा। X के पीछे क्या आता है, W, F के पीछे क्या आता है, E। तो आप फाइंड आउट कर पाओगे कि आपका पासवर्ड क्या है, WE। सो दैट इज़ द मीनिंग ऑफ इंक्रिप्शन। हमें ये डिटेल में हम जब सब्जेक्ट आएगा तब पढ़ेंगे, सिर्फ जस्ट टू मेक यू अंडरस्टैंड इंक्रिप्शन का क्या मतलब होता है कि डाटा को किसी और फॉर्म में चेंज कर देना ताकि सब लोग उसको ना पढ़ पाएँ, सिर्फ जिनके लिए वो डाटा है वही उसको पढ़ पाएँ। क्लियर? तो हमें चाहिए कि हम स्मार्ट सिटीज़ में, सारी स्मार्ट एप्लीकेशंस में, डिवाइसेस में ऑथेंटिकेशन एंड कॉन्फिडेंशियलिटी इंश्योर करें। एनी डाउट्स इन दिस गर्ल्स? ठीक है, नेक्स्ट आते हैं अवेलेबिलिटी एंड इंटीग्रिटी। अवेलेबिलिटी का क्या मतलब होता है, आपकी सर्विसेज हर वक्त अवेलेबल हों स्मार्ट सिटी में।
चाहे अटैक हो गया यूज़र, उस पर कोई वायरस अटैक हो गया, कोई थ्रेट आ गया, बट आपकी सर्विसेज अवेलेबल हो। अब इसका क्या मतलब है कि अगर आपकी ऑटोमेटिक ट्रैफिक लाइट्स हैं, आपकी ऑटोमेटिक ट्यूब लाइट्स हैं, वो हमेशा चले, चाहे उनके सेंसर में कोई भी थ्रेट आ गया वो चलना बंद ना करे। अवेलेबिलिटी मीन्स these services are always available, so we have to develop such softwares that these services are always available in the city. Next is integrity of the data. Integrity का क्या मतलब होता है कि जब डाटा एक सेंसर से, एक एंड पॉइंट से दूसरे एंड पॉइंट तक जा रहा है, वो डेटा कोई मॉडिफाई ना कर पाए, बदल ना कर पाए। अगर आपके हेल्थ केयर सिस्टम में आपका ब्लड प्रेशर 120 मेजर हुआ है, तो वो डॉक्टर वाले डिवाइस तक 120 ही जाए, कोई बीच में उसको मॉडिफाई ना कर दे, उसको 150 ना कर दे। तो दैट इज इंश्योरिंग द इंटीग्रिटी ऑफ द डेटा। इंटीग्रिटी ऑफ द डेटा मीन्स द डाटा कैन नॉट बी मॉडिफाइड वाइल इट इज़ इन ट्रांजिट। वाइल इट इज़ इन ट्रांजिट का क्या मतलब है? जब वो नेटवर्क के ऊपर ट्रैवल कर रहा है, कोई उस डाटा को चेंज ना कर पाए। तो स्मार्ट सिटीज़ में हमें इंश्योर करना पड़ेगा और दो चीज़ों को, अवेलेबिलिटी एंड इंटीग्रिटी। अवेलेबिलिटी मीन्स द स्मार्ट सिटी एप्लीकेशंस आर ऑलवेज अवेलेबल, एंड इंटीग्रिटी मीन्स द डेटा इज नॉट मॉडिफाइड वाइल इट इज़ इन ट्रांजिट। क्लियर गर्ल्स? लास्ट नेक्स्ट आता है आपका लाइट वेज इंट्रूजन डिटेक्शन। इंट्रूजन का क्या मतलब होता है इंग्लिश में? व्हाट डज इंट्रूजन मीन? आपके घर में कोई इंट्रूड कर जाए, उसका क्या मतलब है? मैम कोई बाहरला बंदा जिन्हों से जानते नहीं वो अंदर आ जाए। बिल्कुल, इंट्रूजन का मतलब कोई बाहरला बंदा अंदर आ जाए। तो यही चीज़ है कि हमें नेटवर्क में नहीं चाहिए कि इंट्रूजन हो, कोई वायरसेस इंट्रूड करें, कोई हैकर इंट्रूड करे, तो हमें इंट्रूजन डिटेक्शन सॉफ्टवेयर्स लगाने पड़ेंगे। ऐसा नहीं है कि इंटरनेट ऑफ थिंग्स नया सा फील्ड है, उसमें इंट्रूजन डिटेक्शन एल्गोरिदम्स ही ना लगाओ। जैसे लोग नहीं लगाते क्योंकि वो पावर भी कंज्यूम करते हैं, उनके लिए सॉफ्टवेयर्स भी स्पेशली डेवलप करना पड़ेगा, उनको खरीदना भी पड़ेगा। सो पीपल टेंड टू इग्नोर के इंट्रूजन डिटेक्शन एल्गोरिदम्स लगाओ। सो टू इंश्योर द सिक्योरिटी एंड प्राइवेसी ऑफ स्मार्ट सिटीज़, इट इज़ इम्पॉर्टेंट दैट वी इंस्टॉल इंट्रूजन डिटेक्शन सिस्टम्स इन। जैसे आपके कंप्यूटर में मुझे एग्जाम्पल दो, बाय डिफ़ॉल्ट कौन सा इंट्रूजन डिटेक्शन है लैपटॉप्स में? फायरवॉल का नाम सुना है आपने? फायरवॉल इज एन एग्जाम्पल ऑफ इंट्रूजन डिटेक्शन इन योर लैपटॉप। इसी तरह आईओटी के स्मार्ट सिटीज़ में भी इंट्रूजन डिटेक्शन आपको लगाना चाहिए। और लाइट वेट का क्या मतलब है? लाइट वेट इंट्रूजन डिटेक्शन का क्या मतलब है बच्चे? ਮੈਂ ਜਿਹੜਾ ਲਾਈਟ ਹੋਵੇ ਜ਼ਿਆਦਾ ਹੈਵੀ ਨਾ ਹੋਵੇ, ਮਤਲਬ ਕਹਿਣ ਦਾ ਮਤਲਬ ਕਿ ਜਿਹੜਾ ਸਾਡੇ ਸਿਸਟਮ ਨੂੰ, ਜਿਸ ਸਾਡੇ ਡਾਟਾ ਨੂੰ ਚੋਕ ਨਾ ਕਰ ਸਕੇ। ਠੀਕ ਹੈ, ਇਹਨੂੰ ਹੋਰ ਵਧੀਆ ਆਪਾਂ ਕਿੱਦਾਂ ਐਕਸਪਲੇਨ ਕਰ ਸਕਦੇ ਹਾਂ, ਬੈਟਰ ਪੁੱਟ ਅਪ ਕਿੱਦਾਂ ਕਰ ਸਕਦੇ ਹਾਂ? ਜਿਵੇਂ ਮੈਂ ਬਿਗਨਿੰਗ ਵਿੱਚ ਦੱਸਿਆ ਕਿ ਸਿਕਿਉਰਿਟੀ ਕਿਉਂ ਨਹੀਂ ਆਪਾਂ ਇੰਟਰਨੈਟ ਆਫ ਥਿੰਗਸ ਵਿੱਚ ਲਾ ਰਹੇ। ਵਨ ਇਜ਼ ਦੀ ਹੈਟਰੋਜੀਨਿਟੀ ਆਫ ਦੀ ਸੈਂਸਸ, ਐਂਡ ਸੈਕਿੰਡ ਪੁਆਇੰਟ ਇਜ਼ ਦੀ ਐਲਗੋਰਿਦਮਸ ਆਫ ਸਿਕਿਉਰਿਟੀ ਟੇਕ ਲੋਟ ਆਫ ਕੰਪਿਊਟੇਸ਼ਨਲ ਪਾਵਰ। ਉਹਨਾਂ ਨੂੰ ਮੈਮਰੀ ਅਤੇ ਪ੍ਰੋਸੈਸਿੰਗ ਪਾਵਰ ਬਹੁਤ ਚਾਹੀਦੀ ਹੈ। ਇਸ ਕਰਕੇ ਆਪਾਂ ਸਿਕਿਉਰਿਟੀ ਵਾਲੀ ਚੀਜ਼ ਨੂੰ ਸ਼ੁਰੂ ਤੋਂ ਇਗਨੋਰ ਕਰਦੇ ਆ ਰਹੇ ਹਾਂ। ਤਾਂ ਜ਼ਰੂਰਤ ਹੈ ਕਿ ਆਪਾਂ ਇੱਦਾਂ ਦੇ ਐਲਗੋਰਿਦਮਸ ਡਿਵੈਲਪ ਕਰੀਏ ਜਿਹੜੇ ਸਾਡੇ IoT ਇਨੇਬਲਡ ਸਮਾਰਟ ਸਿਟੀਜ਼ ਦੇ ਸੌਫਟਵੇਅਰਸ ਦੀ ਜ਼ਿਆਦਾ ਪਾਵਰ, ਮੈਮਰੀ ਅਤੇ ਰਿਸੋਰਸਿਸ ਨੂੰ ਨਾ ਕੰਜ਼ਿਊਮ ਕਰਨ, ਉਹ ਲਾਈਟ ਵੇਟ ਹੋਣ। ਲਾਈਟ ਵੇਟ ਤੋਂ ਕੀ ਮਤਲਬ ਹੈ? ਘੱਟ ਕੰਪਿਊਟੇਸ਼ਨਲ ਪਾਵਰ, ਮੈਮਰੀ ਅਤੇ ਰਿਸੋਰਸਿਸ ਯੂਜ਼ ਕਰਨ। ਦੈਟ ਇਜ਼ ਦੀ ਮੀਨਿੰਗ ਆਫ ਲਾਈਟ ਵੇਟ। ਠੀਕ ਹੈ ਬੱਚੇ, ਲਾਈਟ ਵੇਟ ਦਾ ਮਤਲਬ ਸਮਝ ਲੱਗਿਆ? ਹਾਂਜੀ ਮੈਮ। ਲਾਸਟ ਆ ਗਿਆ ਕਿ ਕਿਹੜਾ ਹੁਣ ਇੱਕ ਪ੍ਰੋਜੈਕਟ ਹੈ ਸਮਾਰਟੀ। ਯੈਸ ਗਰਲਸ, ਹੁਣ ਅਟੈਂਸ਼ਨ ਪੇ ਕਰੋ, ਜਿਹੜੇ ਬੱਚੇ ਥੋੜ੍ਹਾ ਬਹੁਤਾ ਇੱਧਰ ਉੱਧਰ ਵੀ ਹੋ ਗਏ ਸੀ। ਇਹ ਵਨ ਵਰਡ ਵਿੱਚ ਬੱਚੇ ਕੁਐਸਚਨ ਆ ਸਕਦਾ ਹੈ ਕਿ ਵਾਟ ਇਜ਼ ਦੀ ਫੁੱਲ ਫਾਰਮ ਆਫ ਸਮਾਰਟੀ। ਦਿਖ ਰਿਹਾ ਤੁਹਾਨੂੰ ਸਮਾਰਟੀ ਪੇਜ ਉੱਤੇ ਲਿਖਿਆ ਹੋਇਆ ਜਿਹੜਾ ਸ਼ੇਅਰ ਹੋਇਆ ਤੁਹਾਡੇ ਨਾਲ? यस मैम। ਇਹ ਵਨ ਵਰਡ ਦੀ ਫੁੱਲ ਫਾਰਮ ਆ ਸਕਦੀ ਹੈ। ਸਾਰੇ ਬੱਚੇ ਧਿਆਨ ਦੇਣ। ਸਮਾਰਟੀ ਦਾ ਮਤਲਬ ਹੈ, ਐਸ ਦਾ ਮਤਲਬ ਹੈ ਸਿਕਿਉਰ, ਫਿਰ ਹੈ ਸਿਕਿਉਰ ਐਂਡ ਸਮਾਰਟ। IE ਦਾ ਮਤਲਬ ਕੀ ਹੈ? ਸਿਟੀ ਡਾਟਾ ਮੈਨੇਜਮੈਂਟ ਸਿਸਟਮ। ਸੋ ਸਮਾਰਟੀ ਸਟੈਂਡਸ ਫॉर ਸਿਕਿਉਰ ਐਂਡ ਸਮਾਰਟ ਸਿਟੀ ਡਾਟਾ ਮੈਨੇਜਮੈਂਟ ਸਿਸਟਮ। ਇਹ ਇੱਕ ਇੱਦਾਂ ਦਾ ਪ੍ਰੋਜੈਕਟ ਡਿਵੈਲਪ ਕੀਤਾ ਗਿਆ ਹੈ ਸਮਾਰਟੀ, ਜਿਹੜਾ ਸਮਾਰਟ ਸਿਟੀਜ਼ ਦੀ ਸਿਕਿਉਰਿਟੀ ਐਂਡ ਪ੍ਰਾਈਵੇਸੀ ਦੇ ਲਈ ਵੱਖ-ਵੱਖ ਐਲਗੋਰਿਦਮ ਸੌਫਟਵੇਅਰਸ ਡਿਵੈਲਪ ਕਰ ਰਿਹਾ ਹੈ, ਤਾਂ ਕਿ ਸਾਡੀਆਂ ਸਮਾਰਟ ਸਿਟੀਜ਼ ਸਿਟੀਜ਼ਨਸ ਲਈ ਤਾਂ ਹੈਲਪਫੁਲ ਹੋਣ ਹੀ ਹੋਣ, ਪਰ ਸਿਟੀਜ਼ਨਸ ਦਾ ਉਹਦੇ ਵਿੱਚ ਟਰਸਟ ਵੀ ਬਣੇ ਕਿ ਇਹਨਾਂ ਦੀ ਸਿਕਿਉਰਿਟੀ ਐਂਡ ਪ੍ਰਾਈਵੇਸੀ
प्रॉपर है. सो स्मार्टी इज अ सिक्योर एंड स्मार्ट सिटी डाटा मैनेजमेंट सिस्टम. क्लियर? Any doubts in today's lecture? ठीक है गर्ल्स. नाउ विद दिस वी फिनिश ऑल दी 4 यूनिट्स ऑफ आर सिलेबस. ਜਿਹੜੀਆਂ ਇੰਪੋਰਟੈਂਟ यूनिट्स ਸੀਗੀਆਂ ਮੈਂ ਤੁਹਾਡੇ ਨਾਲ ਕੁਐਸਚਨਸ ਆਲਰੇਡੀ ਸ਼ੇਅਰ ਕਰ ਚੁੱਕੀ ਹਾਂ, ਉਹਨਾਂ ਦੇ ਆਨਸਰਸ ਵੀ ਹੈ. ਇਸ ਕੁਐਸਚਨ ਦਾ ਆਨਸਰ ਤੁਸੀਂ ਆਈ ਵਾਲਾ ਲਰਨ ਕਰਨਾ ਜਿਹੜਾ ਮੈਂ ਲਿਖ ਕੇ ਭੇਜਿਆ. ਹੁਣ ਲਾਸਟ ਆਪਾਂ ਤੁਹਾਡਾ ਟੌਪਿਕ ਕਰਨਾ ਹੈ ਯੂਨਿਟ 5, ਜਿਹਦੇ ਵਿੱਚ ਆਪਾਂ ਐਪਲੀਕੇਸ਼ਨਸ ਆਫ ਇੰਟਰਨੈਟ ਆਫ ਥਿੰਗਸ ਕਰਾਂਗੇ. ਉਹ ਆਪਾਂ ਕੱਲ ਤੋਂ ਸਟਾਰਟ ਕਰਾਂਗੇ. ਠੀਕ ਹੈ girls? Last unit is left of the applications. We'll start from tomorrow. A small unit it is. Any doubts in today's lecture? No ma'am. Chalo, okay students. Thank you.